जी ने बख्शिश कीता है। ਇਹਦੇ ਅਰਥ ਨੇ ਕਿ ਸੰਗਤ ਦੇ ਵਿੱਚ ਆ ਕੇ ਹਰ ਹਰ ਨਾਮ ਚਿਤਾਰਾ, ਜਦੋਂ ਅਸੀਂ ਵਾਹਿਗੁਰੂ ਜੀ ਨੂੰ ਯਾਦ ਕੀਤਾ ਤੇ ਉਹਦਾ ਫਲ ਕੀ ਮਿਲਿਆ। ਮਹਾਰਾਜ ਕਹਿੰਦੇ ਸਹਿਜ ਆਨੰਦ ਹੋਵੇ ਦਿਨ ਰਾਤੀ। ਦਿਨ ਰਾਤ ਜ਼ਿੰਦਗੀ 'ਚ ਇੱਕ ਆਨੰਦ ਬਣਿਆ ਰਹਿੰਦਾ ਮਹਾਰਾਜ ਕਹਿੰਦੇ। ਤੇ ਫਿਰ ਸਹਿਜ ਕਹਿੰਦੇ ਨੇ ਸੰਗਤ ਜੀ ਆਤਮਿਕ ਅਡੋਲਤਾ ਜ਼ਿੰਦਗੀ ਦੇ ਅੰਦਰ, ਜਿਹੜੀ ਸਥਿਰਤਾ ਦੀ ਦਾਤ ਸਾਨੂੰ ਗੁਰੂ ਜੀ ਬਖਸ਼ ਦਿੰਦੇ ਨੇ। ਉਹ ਦੂਜੇ ਅਰਥ ਨੇ ਵੈਸੇ ਸਾਧ ਸੰਗ ਦਾ ਕਿ ਗੁਰਮੁਖਾਂ ਦੀ, ਸਾਧੂ ਜਨਾਂ ਦੀ, ਸੰਤ ਜਨਾਂ ਦੀ ਸ਼ੋਭਤ ਵਿੱਚ ਆ ਕੇ ਜੀਵਨ ਦੇ ਅੰਦਰ ਨਾਮ ਦੀ ਕਮਾਈ ਕਰਨ ਦੀ ਜੋ ਸਾਨੂੰ ਲਾਗ ਲੱਗਦੀ ਆ। ਤੇ ਅਸੀਂ ਇਹ ਵੀ ਅਰਥ ਕਰਦੇ ਹਾਂ ਕਿ ਗੁਰੂ ਦੀ ਸੰਗਤ ਵਿੱਚ ਆ ਕੇ, ਸ਼ਬਦ ਦੀ ਸੰਗਤ ਵਿੱਚ ਰਹਿ ਕੇ ਸਾਨੂੰ ਜਦੋਂ ਅਸੀਂ ਨਾਮ ਜਪਦੇ ਹਾਂ ਤੇ ਇਹ ਆਨੰਦ ਪ੍ਰਾਪਤ ਹੁੰਦਾ ਹੈ, ਜਿਹੜਾ ਆਨੰਦ ਕੇਵਲ ਗੁਰੂ ਨਾਲ, ਸ਼ਬਦ ਨਾਲ, ਨਾਮ ਨਾਲ ਮਿਲਿਆ ਹੀ ਪ੍ਰਾਪਤ ਹੋਵੇਗਾ। ਜ਼ਿੰਦਗੀ ਦੇ ਅੰਦਰ ਤੁਸੀਂ ਇੱਕ ਗੱਲ ਦਾ ਤਜਰਬਾ ਰੱਖਿਓ ਕਿ ਦੁੱਖ ਦੀ ਪਰਿਭਾਸ਼ਾ ਅਸੀਂ ਜਦੋਂ ਦੂਜੇ ਵਿਪਰੀਤ ਅਰਥ ਕਰੀਏ ਸਾਨੂੰ ਸੁੱਖ ਸ਼ਬਦ ਮਿਲੇਗਾ। ਹਰ ਚੀਜ਼ ਦਾ ਵਿਪਰੀਤ ਸ਼ਬਦ ਹੈ, ਪਰ ਆਨੰਦ ਸ਼ਬਦ ਦਾ ਵਿਪਰੀਤ ਸ਼ਬਦ ਕੋਈ ਨਹੀਂ। ਆਨੰਦ ਕੇਵਲ ਆਨੰਦ ਹੈ। ਗੁਰੂ ਸਾਹਿਬ ਕਹਿੰਦੇ ਇਹ ਆਨੰਦ ਜਿਹੜਾ ਸਹਿਜ ਦਿਨ ਰਾਤ ਸਾਨੂੰ ਹਿਰਦੇ 'ਚ ਵਸਿਆ ਰਹਿੰਦਾ, ਜੀਵਨ 'ਚ ਟਿਕਿਆ ਰਹਿੰਦਾ। ਅੰਕੁਰ ਭਲੋ ਹਮਾਰਾ, ਇਹ ਅੰਕੁਰ ਦੇ ਅਰਥ ਨੇ ਪੂਰਬਲੇ ਜਨਮਾਂ ਦੀ ਜੋ ਕਮਾਈ ਆਪਾਂ ਲੈ ਕੇ ਆਉਂਦੇ ਹਾਂ, ਸ਼ੁਭ ਗੁਣਾਂ ਦੀ, ਚੰਗੇ ਅਮਲਾਂ ਦੀ, ਜਦੋਂ ਉਹ ਕਮਾਈ ਹੋਵੇ ਤੇ ਉਹ ਅੰਕੁਰ ਫੁੱਟ ਪੈਂਦਾ ਇਸ ਸੰਗਤ ਵਿੱਚ ਆ ਕੇ। ਸੰਗਤ ਜੀ ਕਈ ਵਾਰੀ ਕੀ ਹੁੰਦਾ, ਪਿਛਲੇ ਜਨਮਾਂ ਦੀ ਕਮਾਈ ਚੰਗੀ ਹੁੰਦੀ ਆ, ਪਰ ਇੱਥੇ ਆ ਕੇ ਕਰਮ ਮਾੜੇ ਕਰਕੇ, ਜਿਵੇਂ ਕਹਿ ਲਓ ਕਿ ਲੋਹੇ ਨੂੰ ਜੰਗਾਲ ਲੱਗ ਜੇ, ਜਿਵੇਂ ਪਾਣੀ ਥੱਲੇ ਸਾਫ਼ ਹੋਵੇ ਪਰ ਉੱਤੋਂ ਪੱਤੀਆਂ ਢੱਕ ਲੈਣ ਜੜੀ ਬੂਟੀ, ਉਸੇ ਤਰ੍ਹਾਂ ਸਾਡੇ ਮੰਦੇ ਕਰਮ ਅਜੋਕੇ ਉਹਨਾਂ ਭਲੇ ਅੰਕੁਰਾਂ ਨੂੰ ਢੱਕ ਲੈਂਦੇ ਨੇ। ਪਰ ਜਦੋਂ ਗੁਰੂ ਸੰਗਤ 'ਚ ਆ ਕੇ ਨਾਮ ਜਪਿਆ ਤੇ ਸਤਿਗੁਰੂ ਕਹਿੰਦੇ ਉਹ ਭਲੇ ਅੰਕੁਰ ਵੀ ਫੁੱਟ ਪਏ। ਅੰਕੁਰ ਸ਼ਬਦ ਜਦੋਂ ਅਸੀਂ ਧਰਤੀ ਤੇ ਕੋਈ ਫਸਲ ਬੀਜਦੇ ਹਾਂ ਜਾਂ ਕੋਈ ਪੌਦਾ ਲਗਾਉਂਦੇ ਹਾਂ ਤੇ ਜਿਹੜਾ ਪਹਿਲੀ ਕੁੰਭਲੀ ਉੱਠਦੀ ਆ ਉਹਨੂੰ ਅਸੀਂ ਅੰਕੁਰ ਕਹਿੰਦੇ ਹਾਂ। ਗੁਰੂ ਜੀ ਨੇ ਇੱਕ ਸ਼ਬਦ ਵੀ ਬਾਣੀ 'ਚ ਉਚਾਰਨ ਕੀਤਾ ਤੇ ਇੱਥੇ ਵੀ ਗੁਰੂ ਸਾਹਿਬ ਜੀ ਇਹੀ ਕਿਰਪਾ ਪੇ ਕਰਦੇ ਨੇ। ਮਹਾਰਾਜ ਕਹਿੰਦੇ ਅੰਕੁਰ ਭਲੋ ਹਮਾਰਾ, ਉਹ ਜਿਹੜਾ ਅੰਕੁਰ ਸੀ ਉਹ ਹੁਣ ਫੁੱਟ ਗਿਆ, ਹੁਣ ਉਹਦਾ ਸਾਨੂੰ ਫਲ ਮਿਲਿਆ, ਉਹ ਇਸ ਕਰਕੇ ਸਾਨੂੰ ਭਲਾ ਲੱਗਦਾ ਪਿਆ। ਤੇ ਇਹ ਆਰੰਭਕ ਦੋ ਤੁਕਾਂ ਦੇ ਤੁਸੀਂ ਅਰਥ ਸੁਣੇ। ਸਤਿਗੁਰੂ ਜੀ ਨੇ ਜੋ ਸਾਧ ਸੰਗ ਸ਼ਬਦ ਸਾਨੂੰ ਦਿੱਤਾ, ਇੱਥੇ ਆਪਾਂ ਥੋੜਾ ਜਿਹਾ ਵਿਚਾਰਨਾ। ਭਾਈ ਗੁਰਦਾਸ ਜੀ ਇੱਕ ਕਵਿਤ ਦੇ ਅੰਦਰ ਸਾਨੂੰ ਸੰਗਤ ਦੀ ਮਹਿਮਾ ਦੱਸਦੇ ਨੇ। ਦੇਖੋ ਇਹ ਜਦੋਂ ਅਸੀਂ ਜੀਵਨ ਕਮਾ ਲੈਂਦੇ ਨਾ ਗੁਰਬਾਣੀ ਦੇ ਅੰਸੇ, ਫਿਰ ਸਾਨੂੰ ਸਰੀਰਕ ਰਿਸ਼ਤੇ ਬਹੁਤ ਛੋਟੇ ਲੱਗਣ ਲੱਗ ਪੈਂਦੇ ਆ ਜਦੋਂ ਜੀਵਨ ਇੰਨੀ ਤਰੱਕੀ ਕਰ ਜੇ। ਤੇ ਉਹਨਾਂ ਨੇ 3 ਪ੍ਰਕਾਰ ਦੇ ਸਾਡੇ ਮੇਨ ਜੜ੍ਹਾਂ ਇਹੋ ਹੀ ਨੇ, ਬਾਕੀ ਰਿਸ਼ਤਿਆਂ ਦਾ ਵਹਾਅ ਵੱਧ ਜਾਂਦਾ। ਨਾਨਕੇ, ਦਾਦਕੇ ਤੇ ਸਹੁਰਾ ਪਰਿਵਾਰ, ਇਹਨਾਂ ਇਹੀ ਅੱਗੇ ਜਿਹੜਾ ਕਹ ਲਓ ਕਿ ਪ੍ਰਣਾਲੀਆਂ ਚੱਲਦੀਆਂ। ਤੇ ਭਾਈ ਜੀ ਨੇ ਕਮਾਲ ਦਾ ਇਸ਼ਾਰਾ ਖਿੱਚਿਆ। ਭਾਈ ਜੀ ਕਹਿੰਦੇ ਨਹੀਂ ਦਦ ਸਾਰ ਪਿਤ ਪਿਤਾਮਾ ਪਰ ਪਿਤਾਮਾ, ਸੁਜਨ ਕੁਟੰਬ ਸੁਤ ਬਾਦਵ ਨਾ ਭਰਾਤਾ ਹੈ। ਇੱਥੇ 2 ਸ਼ਬਦਾਂ ਦਾ ਧਿਆਨ ਰੱਖਿਓ, ਨਹੀਂ ਤੇ ਦੂਜਾ ਨਾ ਜਿਹੜਾ ਸ਼ਬਦ ਵਰਤਿਆ। 3 ਤੁਕਾਂ ਨੇ ਪਹਿਲਾਂ ਕਿ ਦਾਦਕਿਆਂ ਦੇ ਵਿੱਚੋਂ ਸਾਡਾ ਪਿਤਾ, ਸਾਡਾ ਦਾਦਾ ਤੇ ਸਾਡਾ ਪੜਦਾਦਾ, 3 ਗੱਲਾਂ ਨੇ। ਨਹੀਂ ਦਦ ਸਾਰ ਪਿਤ ਪਿਤਾਮਾ ਪਰ ਪਿਤਾਮਾ। ਕਹਿੰਦੇ ਸੁਜਨ ਕੁਟੰਬ, ਭਾਵੇਂ ਕੁਟੰਬ ਦੇ ਕਿੰਨੇ ਵੀ ਸੱਜਣ ਹੋਵਣ। ਮਹਾਰਾਜ ਕਹਿੰਦੇ ਸੁਤ ਬਾਦਵ, ਧੀਆਂ ਪੁੱਤਰ ਹੋਵਣ, ਰਿਸ਼ਤੇਦਾਰ ਹੋਵਣ। ਨਾ ਭਰਾਤਾ ਹੈ ਤੇ ਭਾਵੇਂ ਭਾਈ ਕਿਉਂ ਨਾ ਸਕਾ ਹੋਵੇ। ਦੂਜੀ ਤੁਕ 'ਚ ਉਹਨਾਂ ਨੇ ਕਿਰਪਾ ਕੀਤੀ, ਨਹੀਂ ਨਨਸਾਰ ਮਾਤਾ ਪਰ ਮਾਤਾ ਬਿਰਧ ਮਾਤਾ। ਸਾਡੇ ਨਾਨਕਿਆਂ ਵਿੱਚੋਂ ਸਾਡੀ ਮਾਂ, ਮਾਤਾ ਦੀ ਮਾਂ, ਨਾਨੀ ਮਾਂ, ਫਿਰ ਉਹਨਾਂ ਦੇ ਅੱਗੇ ਪੜਨਾਨੀ। ਗੁਰੂ ਸਾਹਿਬ ਕਹਿੰਦੇ ਨੇ ਭਾਈ ਜੀ ਕਿ ਨਹੀਂ ਨਨਸਾਰ ਮਾਤਾ ਪਰ ਮਾਤਾ ਬਿਰਧ ਮਾਤਾ, ਮਾਮੂ ਮਾਮੀ ਮਾਸੀਓ ਮੌਸਾ ਬਿਬਦ ਵਿਖਾਤਾ ਹੈ। ਕਹਿੰਦੇ ਇਹਨਾਂ ਰਿਸ਼ਤਿਆਂ ਨੂੰ ਮੰਨਿਆ ਜਾਂਦਾ ਹੈ, ਮਾਮੀ ਦਾ, ਮਾਸੀ ਦਾ, ਮਾਸੜ ਦਾ, ਮਾਮੇ ਦਾ, ਇਹ ਨਾਨਕਿਆਂ ਵਿੱਚੋਂ ਨਿਕਲਦੇ ਆ ਰਿਸ਼ਤੇ। ਪਰ ਇਹ 2 ਰਿਸ਼ਤੇ ਦੱਸੇ ਤੇ ਇੱਥੇ ਵੀ ਸ਼ਬਦ ਨਹੀਂ ਵਰਤਿਆ ਜਾਂ ਨਾ ਵਰਤਿਆ। ਤੀਜੀ ਤੁਕ 'ਚ ਕਹਿੰਦੇ ਨਹੀਂ ਸਸੁਰਾਰ ਸਾਸ, ਅੱਗੇ ਲਿਖਦੇ ਆ ਫਿਰ ਸਸੁਰਾ ਸਾਰੋ ਔਸਾਰੀ ਨਾਹੀ। ਤੇ ਜਦੋਂ ਦੇ ਅਰਥ ਹੁਣ ਪੜ੍ਹੇ ਫਿਰ ਇੱਕ ਵਾਰ, ਤੇ ਭਾਈ ਜੀ ਨੇ ਕਿਹਾ ਸਹੁਰੇ ਪਰਿਵਾਰ 'ਚੋਂ ਸੱਸ ਹੋਵੇ, ਸਹੁਰਾ ਹੋਵੇ, ਸਾਲੀ ਹੋਵੇ ਤੇ ਭਾਵੇਂ ਸਾਲਾ ਹੋਵੇ। ਫਿਰ ਸੁਣਿਓ, ਨਹੀਂ ਸਸੁਰਾਰ ਸਾਸ, ਸਾਸ ਦਾ ਭਾਵ ਸੱਸ,
ससुरा सौरा जी, सारो एदा भावे साला, औ सारी भावे साली होवे। गुरु साहब दे सिख भाई जी कह रहे ने, कहते कि इन्हां विचों भावें कोई नाती होवे। साध संगत दी उपमा नूं बयान करदे अगे लिखदे आ, संगत जी बिरती सुर ना दाता है। ਇਹਦੇ अर्थ ਇਹ ਨੇ कि पुराने ਸਮਿਆਂ 'ਚ ना लोकां दे परिवारां दे ਜਿਹੜੇ ਅਸੀਂ ਅੱਗੇ भी ਇਹ ਗੱਲਾਂ ਇੱਥੇ ਕਰਦੇ ਆ, ਜਿਹੜੇ ਬ੍ਰਾਹਮਣ ਲੋਕ ਹੁੰਦੇ ਸੀ ਇਹ ਗੁਰੂ ਹੁੰਦੇ ਸੀ। ਘਰ ਆ ਕੇ ਦਕਸ਼ਨਾ ਲੈ ਕੇ ਜਾਣੀ ਜਜਮਾਨ ਕੋਲੋਂ ਤੇ ਮੰਤਰ ਦੇ ਕੇ ਤੇ ਗੁਰੂ ਧਾਰਨ ਹੋ ਜਾਣਾ ਕਿ ਅਸੀਂ ਅੱਜ ਤੋਂ ਬਾਅਦ ਤੁਹਾਡੇ ਗੁਰੂ ਆ। ਕਹਿੰਦੇ ਭਾਵੇਂ ਕੋਈ ਕੁੱਲ ਗੁਰੂ ਹੋਵੇ ਜਿਹੜਾ ਸਾਥੋਂ ਪੈਸੇ ਲੈ ਕੇ ਕਵੇ ਤੁਹਾਡੀ ਮੈਂ ਮਾਇਆ ਸਫਲੀ ਕਰਦਾ ਪਿਆ ਅਰਦਾਸਾ ਲੈ ਲੈ ਕੇ, ਇਹ ਸਾਰਾ ਹੀ ਕੌੜਵਾ ਇੱਕ ਪਾਸੇ। ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ। ਭਾਈ ਜੀ ਕਹਿ ਰਹੇ ਨੇ ਅਸਨ ਬਸਨ ਆ ਜਿੰਨਾ ਵੀ ਪਸਾਰਾ ਹੈ ਸਾਡਾ, ਖਾਣ ਪੀਣ ਪਹਿਰਾਣ ਦਾ, ਮਹੱਲ ਮਾੜੀਆਂ ਦਾ, ਸੰਸਾਰੀ ਪਦਾਰਥਾਂ ਦਾ, ਧਨ ਧਾਮ ਦਾ, ਕਹਿੰਦੇ ਇਹਨਾਂ ਨੂੰ ਮੈਂ ਸਾਰਿਆਂ ਨੂੰ ਟੋਲ ਕੇ ਵੇਖਿਆ, ਪਰ ਸੱਚ ਐਵੇਂ ਦੁਨੀਆ ਦੇ ਲੋਗੋ ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ। ਜੈਸਾ ਗੁਰ ਸਿੱਖ ਸਾਧ ਸੰਗਤ ਕੋ ਨਾਤਾ ਹੈ। ਮਾਰਚ ਕਹਿੰਦੇ ਇਹ ਨਾਤਾ ਬਹੁਤ ਵੱਡਾ ਜੇ। ਹੁਣ ਇੱਕ ਇਹਦੇ ਵਿੱਚੋਂ ਗੁੱਝੀ ਗੱਲ ਲੱਭੋ ਕਿ ਕਿਉਂ ਵੱਡਾ ਹੈ। ਮਰਜ ਕਹਿੰਦੇ ਇਸ ਕਰਕੇ ਕਈ ਵਾਰੀ ਸਰੀਰ ਕਰਕੇ ਜਿਹੜੇ ਰਿਸ਼ਤੇਦਾਰ ਆਪਣੇ ਹੁੰਦੇ ਆ ਉਹ ਜਿਉਂਦਿਆਂ ਜੀ ਪੱਲਾ ਝਾੜ ਜਾਂਦੇ ਆ, ਬੜੀ ਵਾਰੀ ਇਦਾਂ ਹੁੰਦਾ। ਪਰ ਮਰਜ ਕਹਿੰਦੇ ਸੰਗਤ ਦਾ ਨਾਤਾ ਤਾਂ ਮਹਾਨ ਹੈ ਜਿਹੜਾ ਸੰਗਤ ਨਾਲ ਆਪਣੇ ਆਪ ਨੂੰ ਜੋੜ ਲੈਂਦਾ ਹੈ। ਸੰਗਤ ਤੇ ਆਤਮਾ ਦੇ ਨਾਲ ਹੋ ਕੇ ਵੀ ਨਿਭਦੀ ਆ, ਸਰੀਰਾਂ ਦੀ ਤੇ ਗੱਲ ਹੀ ਬੜੀ ਦੂਰ ਦੀ ਆ ਜੀ। ਸੋ ਇਹ ਭਾਈ ਜੀ ਨੇ ਅੱਜ ਸਾਨੂੰ ਦੱਸਿਆ ਕਿ ਕਿਉਂ ਸੰਗਤ ਕਰਨੀ ਹੈ, ਕਿਉਂ ਨਾਮ ਜਪਣਾ ਹੈ। ਜਦੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਮੱਝ ਨੇ ਇੱਕ ਗੱਲ ਕਹੀ ਜੀ, ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈਐ। ਇੱਕ ਰਿਸ਼ਤਾ ਰੱਖੋ ਗੁਰੂ ਦੇ ਨਾਲ ਆਪਣਾ ਕਿ ਜਦੋਂ ਮੈਂ ਸੰਗਤ ਚ ਆਉਣਾ ਇੱਥੇ ਮੇਰੀ ਕੋਈ ਧੀ ਨਹੀਂ, ਮੇਰੀ ਕੋਈ ਭੈਣ ਨਹੀਂ, ਕੋਈ ਚਾਚੀ ਨਹੀਂ, ਤਾਇਆ ਨਹੀਂ, ਕੋਈ ਵੀ ਰਿਸ਼ਤਾ ਨਹੀਂ, ਕੋਈ ਪਤੀ ਨਹੀਂ, ਕੋਈ ਪਤਨੀ ਨਹੀਂ, ਮੈਂ ਗੁਰੂ ਦਾ ਸਿੱਖ ਹਾਂ ਤੇ ਕੇਵਲ ਗੁਰੂ ਮੇਰਾ ਗੁਰੂ ਆ। ਜਦੋਂ ਇਹ ਭਾਵਨਾ ਨਾਲ ਆ ਕੇ ਬਹਿ ਜਾਓਗੇ, ਇੱਥੋਂ ਤੱਕ ਕਿ ਸਰੀਰ ਵੀ ਛੱਡ ਦੋ ਕਿ ਅੱਜ ਮੈਂ ਪੱਗ ਕਿਹੜੀ ਬੰਨੀ, ਮੈਂ ਸੂਟ ਕਿਹੜਾ ਪਾਇਆ, ਇਹ ਦੂਜੇ ਨੇ ਕਿਹੜਾ ਪਾਇਆ, ਬਿਲਕੁਲ ਜੇ ਧਿਆਨ ਇੱਧਰ ਰਿਹਾ ਫਿਰ ਜ਼ਿੰਦਗੀ 'ਚ ਕਾਮਯਾਬੀ ਨਹੀਂ ਹੋਵੇਗੀ। ਸੰਗਤ ਜੀ ਮਹਾਰਾਜ ਜੋ ਅੱਜ ਕਿਰਪਾ ਪੇ ਕਰਦੇ, ਕਹਿੰਦੇ ਕੇਵਲ ਇੱਥੇ ਆ ਕੇ ਰਿਸ਼ਤਾ ਦੋ ਚੀਜ਼ਾਂ ਦਾ ਹੋਵੇ, ਸੁਰਤ ਦਾ ਤੇ ਸ਼ਬਦ ਦਾ, ਕੇਵਲ ਦੋ ਚੀਜ਼ਾਂ ਦਾ। ਤੇ ਜੇ ਅਜੇ ਅੱਖਾਂ ਵੇਖਦੀਆਂ ਨੇ ਛੱਤ ਕਿਵੇਂ ਦੀ ਆ, ਮੱਥਾ ਕੌਣ ਕੌਣ ਟੇਕਦਾ ਪਿਆ, ਫਿਰ ਤੁਹਾਡੀ ਸਮਝ ਲਓ ਕਿ ਸੁਰਤ ਅਜੇ ਉਧਰ ਨੂੰ ਆ ਨਹੀਂ ਰਹੀ, ਕਿਉਂਕਿ ਅਸੀਂ ਉਸ ਨਾਤੇ ਤੱਕ ਪਹੁੰਚਣਾ, ਉਸ ਫਲ ਤੱਕ ਪਹੁੰਚਣਾ ਕਿ ਇੱਕ ਦਿਨ ਬੈਠੇ ਗੁਰੂ ਦੀ ਸੰਗਤ 'ਚ ਹੋਈਏ ਤੇ ਝਲਕੀਆਂ ਸੱਚਖੰਡ ਦੀਆਂ ਪੈ ਜਾਣ। ਇੱਕ ਦਿਨ ਬੈਠੇ ਆਪਣੇ ਗੁਆਂਢੀ ਕੋਲ ਹੋਈਏ ਪਰ ਥਾਪੜਾ ਗੁਰੂ ਨਾਨਕ ਦਾ ਸੀਸ ਤੇ ਹੋਵੇ। ਤੇ ਇੱਕ ਦਿਨ ਬੈਠੇ ਪਿੰਡ ਦੇ ਗੁਰਦੁਆਰੇ 'ਚ ਹੋਈਏ ਪਰ ਮਾਣੀਏ ਇਵੇਂ ਜਿਵੇਂ ਗੁਰੂ ਦੀ ਗੋਦ ਵਿੱਚ ਬੈਠੇ ਆ। ਇਹ ਕਿਰਪਾ ਉਦੋਂ ਹੋਵੇਗੀ ਜਿੱਦਣ ਸਰੀਰ ਦੀ ਸੰਗਤ ਕਰਦੇ ਆ ਸੁਰਤ ਸ਼ਬਦ ਨਾਲ ਜੁੜਨੀ ਸ਼ੁਰੂ ਹੋ ਜੇ। ਤਾਂ ਕਰਕੇ ਮੈਂ ਕਈ ਵਾਰੀ ਕਹਿਣਾ ਹੁੰਦਾ, ਭੁੱਲ ਜਿਆ ਕਰੋ, ਅੱਖਾਂ ਬੰਦ ਕਰ ਲਿਆ ਕਰੋ, ਅੰਦਰ ਨਾਮ ਜਪਿਆ ਕਰੋ ਤੇ ਧਿਆਨ ਸਾਰਾ ਆਏ ਹੋਏ ਮੁਖ ਵਾਪਸ ਦਿਆ ਕਰੋ। ਕਿਤੇ ਏਦਾਂ ਸੰਗਤ ਕਰਕੇ ਵੇਖਿਓ, ਇਹ ਅੱਧਾ ਘੰਟਾ ਤੁਹਾਡੇ ਪੂਰੇ ਜ਼ਿੰਦਗੀ ਦੇ ਅੰਦਰ ਇਹੋ ਜਿਹਾ ਹੋਵੇਗਾ ਕਿ ਉਹ ਸਵਾਦ ਨਹੀਂ ਕਿਤੋਂ ਆਉਣਾ। ਭਾਵੇਂ ਚਲੋ ਕਿਤੇ ਗੁਰੂ ਘਰ ਦੀ ਸੰਗਤ ਹੋਵੇ, ਗੱਲ ਕੇਵਲ ਸੰਗਤ ਦੀ, ਭਾਵੇਂ ਕਿਸੇ ਦੇ ਘਰ ਹੀ ਭੋਗ ਤੇ ਕਿਉਂ ਨਾ ਜਾਈਏ। ਸਤਿਗੁਰੂ ਜੀ ਕਹਿੰਦੇ ਅੱਜ ਕਿ ਤਿਤ ਜਾਏ ਬਾਹੋ, ਮਹਾਰਾਜ ਕਹਿੰਦੇ ਜਾ ਕੇ ਬਹਿ ਸੰਗਤ ਵਿੱਚ। ਮਹਾਰਾਜ ਜੀ ਉੱਥੇ ਕਰਨਾ ਕੀ ਹੈ, ਕਹਿੰਦੇ ਤਿਤ ਜਾਏ ਬਾਹੋ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈਐ। ਬਿਲੋਈਐ ਸ਼ਬਦ ਕਹਿੰਦੇ ਰਿੜਕੋ ਜਾ ਕੇ ਨਾਮ ਨੂੰ। ਮਹਾਰਾਜ ਜੀ ਕਿਵੇਂ ਰਿੜਕਣਾ, ਕਹਿੰਦੇ ਬਸ ਅੰਦਰ ਸਵਾਸਾਂ ਨਾਲ ਗੁਰੂ ਗੁਰੂ ਕਰੋ, ਦੂਜੇ ਨੂੰ ਵੀ ਨਾ ਪਤਾ ਲੱਗੇ ਤੁਹਾਡੇ ਅੰਦਰ ਕੀ ਚੱਲਦਾ ਪਿਆ। ਜਦੋਂ ਨਾਮ ਜਪਾਂਗੇ ਸੰਗਤ ਜੀ ਇੱਕ ਗੱਲ ਦਾ ਹੋਰ ਧਿਆਨ ਰੱਖਿਓ, ਅਸੀਂ ਗੁਰੂ ਨੂੰ ਅੰਤਰਜਾਮੀ ਕਹਿੰਦੇ ਆ ਤੇ ਮਹਾਰਾਜ ਨੂੰ ਇੰਨਾ ਨਿਆਣਾ ਨਾ ਸਮਝਿਓ ਕਿ ਅਸੀਂ ਤੇ ਕੁਝ ਮੰਗਣਾ ਹੈ ਤੇ ਭਾਈ ਸਾਹਿਬ ਤੇ ਕਹਿੰਦੇ ਗੁਰੂ ਗੁਰੂ ਕਰੋ। ਸਤਿਗੁਰੂ ਸਾਡੇ ਫੁਰਨੇ ਪੜ੍ਹ ਲੈਂਦੇ ਨੇ। ਜਦੋਂ ਗੁਰੂ ਦੀ ਦਿੱਤੀ ਪੜ੍ਹਾਈ ਆਪਾਂ ਕਰਾਂਗੇ ਤੇ ਜਿੱਦਨ ਉਸ ਪੜ੍ਹਾਈ ਨੂੰ ਫਲ ਲੱਗੇਗਾ ਉਹ ਫਿਰ ਦੁਨਿਆਵੀ ਸਾਡੇ ਫੁਰਨੇ ਪੂਰੇ ਹੋਣ ਦਾ ਹੀ ਫਲ ਲੱਗੇਗਾ। ਪੜ੍ਹਾਈ ਸਾਨੂੰ ਨਾਮ ਦੀ ਸ਼ਬਦ ਦੀ ਕਰਨੀ ਚਾਹੀਦੀ ਆ, ਤਰਲੇ ਲੈਣੇ ਚਾਹੀਦੇ ਮਰ ਦੀ ਝੂਰੀ ਵਿੱਚ ਬਹਿ ਕੇ। ਸਤਿਗੁਰੂ ਇੱਥੇ ਬਿਆ ਇੱਕ ਸਵਾਸ ਇਹੋ ਜਿਹਾ ਕਿਤੇ ਨਿਕਲੇ ਜਿੱਥੇ ਕੇਵਲ ਸੁਰਤ ਤੇ ਸ਼ਬਦ ਦਾ ਮੇਲ ਹੋਵੇ, ਦੁਨਿਆਵੀ ਖਿਆਲ ਹੀ ਕੋਈ ਨਾ ਹੋਵੇ। ਕਿਉਂਕਿ ਅੱਜ ਮਹਾਰਾਜ ਨੇ ਕਿਰਪਾ ਕੀਤੀ ਕਿ ਸਾਧ ਸੰਗਤ ਹਰ ਹਰ ਨਾਮ ਚਿਤਾਰਾ।
ਨਾਮ ਜਪ ਤੋਂ ਸੰਗਤ ਵਿੱਚ ਬਹਿ ਕੇ ਬਹੁਤ ਫਲ ਮਿਲਦਾ ਇਸ ਨਾਮ ਜਪਣ ਦੇ ਨਾਲ। ਸਾਥ ਨਾ ਚਾਲੈ, ਧਿਆਨ ਨਾਲ ਸੁਣਿਓ, ਤੁਸੀਂ ਸ਼ਲੋਕ ਪੜ੍ਹ ਕੇ ਹਟਿਓ। ਸਾਥ ਨਾ ਚਾਲੈ, ਮਹਾਰਾਜ ਕਹਿੰਦੇ ਬਿਨ ਭਜਨ, ਭਜਨ ਤੋਂ ਬਿਨਾ ਕੁਝ ਨਾਲ ਨਹੀਂ। ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ, ਸ਼ਾਰ ਦੇ ਅਰਥ ਨੇ ਸਵਾਹ ਹੈ ਸਭ ਕੁਝ, ਜੋ ਹੋਰ ਮੱਲਾ ਮਾਰੀ ਬੈਠਾ ਮਨ ਸਾਡਾ। ਵਿਖਿਆ ਸਗਲੀ ਸ਼ਾਰ, ਖਾਰ ਖਾਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਸਾਰ ਦੇ ਅਰਥ ਨੇ ਸ਼੍ਰੇਸ਼ਟ ਹੈ ਇਹ ਉਦਮ ਕਰਮਣਾ, ਸਗਲ ਕਿਰਿਆ ਮੈਂ ਉਤਮ ਕਿਰਿਆ। ਸੁਖਮਨੀ ਸਾਹਿਬ ਚ ਤੁਕਾਂ ਪੜੋ ਨਾਲ, ਕਹਿੰਦੇ ਸਾਰੇ ਕਰਮ ਕਰਨ ਨਾਲੋਂ, ਧਰਮ ਦੇ ਦੁਨਿਆਵੀ ਨਹੀਂ, ਸਭ ਤੋਂ ਵੱਡਾ ਕਰਮ ਹੈ ਕਲਯੁਗ ਚ ਕੁਝ ਘੜੀਆਂ ਚੌਂਕਾਂ ਮਾਰ ਕੇ ਗੁਰੂ ਦੀ ਸੰਗਤ ਕਰ ਲੈਣੀ। ਇਹ ਤੋਂ ਵੱਡਾ ਕੋਈ ਕਰਮ ਨਹੀਂ ਕਲਯੁਗ ਚ। ਭਾਵੇਂ ਲੋਕ ਡੀਂਗਾ ਪੁੱਟਣ, ਅਸੀਂ ਆਹ ਕਰਦੇ ਆ ਉਹ ਕਰਦੇ ਆ, ਤੁਸੀਂ ਕਿਆ ਕਰੋ, ਮੈਨੂੰ ਗੁਰੂ ਨੇ ਕਿਹਾ ਗੁਰਦੁਆਰੇ ਚੌਂਕੜਾ ਮਾਰ ਕੇ ਗੁਰੂ ਗੁਰੂ ਕਰਿਆ ਕਰ, ਇਹ ਚ ਬਹੁਤ ਕੁਝ ਆ ਜਾਂਦਾ ਹੈ। ਬਾਦਸ਼ਾਹ ਜੀ ਨੇ ਕਿਰਪਾ ਕੀਤੀ, ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਜਿਵੇਂ ਘਰ ਦੇ ਵਿੱਚ, ਵੈਸੇ ਇਸ ਗੱਲ ਦਾ ਧਿਆਨ ਰੱਖਿਓ, ਅਸੀਂ ਘਰ 'ਚ ਭਾਂਡੇ ਮਾਂਜੀਏ ਨਾ ਤੇ ਸਾਡਾ ਧਿਆਨ ਭਾਂਡੇ ਵਿੱਚ ਹੁੰਦਾ ਕਿ ਕਿਤੇ ਗੰਦ ਨਾ ਲੱਗਾ ਰਹਿ ਜਾਏ। ਇਦਾਂ ਹੀ ਆ ਨਾ ਜੀ, ਕੱਪੜੇ ਧੋਈਏ ਤੇ ਮਾਵਾਂ ਐ ਖੁਰਚ ਕੇ ਫਿਰ ਪਾਣੀ 'ਚੋਂ ਕੱਢ ਕੇ ਵੇਂਦੀਆਂ ਕਿਤੇ ਕਾਲਰ ਤੇ ਮੈਲ ਤੇ ਨਹੀਂ ਰਹਿ ਗਈ। ਗੱਡੀ ਚਲਾਈਏ ਤੇ ਧਿਆਨ ਸਾਡਾ ਸਟੀਅਰਿੰਗ ਤੇ ਹੁੰਦਾ, ਸਾਹਮਣੇ ਹੁੰਦਾ ਕਿ ਕੋਈ ਚੀਜ਼ ਸਾਡੇ ਵਿੱਚ ਨਾ ਵੱਜੇ ਜਾਂ ਅਸੀਂ ਕਿਸੇ 'ਚ ਨਾ ਵੱਜੀਏ। ਹਰ ਕੰਮ ਬੰਦਾ ਧਿਆਨ ਨਾਲ ਕਰਦਾ, ਬਸ ਜਦੋਂ ਗੁਰੂ ਦੇ ਘਰ ਆ ਜਾਂਦਾ ਉਦੋਂ ਬੇਧਿਆਨਾ ਹੋ ਜਾਂਦਾ। ਜਦੋਂ ਹੱਥ 'ਚ ਪੋਥੀ ਫੜ ਲੈਂਦਾ, ਤੁਹਾਡੀ ਨਹੀਂ ਗੱਲ ਕਰਦਾ, ਮੈਂ ਆਪਣੀ ਵੀ ਨਾਲ ਹੀ ਕਰਦਾ। ਅੱਜ ਦੀ ਗੱਲ ਸੁਣ ਲਓ, 3 ਵਾਰੀ ਸੋਈ ਗਈ ਪਰਲੇ, ਪਤਾ ਨਾ ਲੱਗੇ ਭੋਗ ਕਦੋਂ ਪੈ ਜੇ, ਕਿਉਂਕਿ ਸਪੀਕਰ ਖਰਾਬ ਸੀ ਤੇ ਧਿਆਨ ਸਾਰਾ ਉਧਰ ਹੀ ਜਾਈ ਜਾਏ। ਤੇ ਮਨ 'ਚ ਆਇਆ ਮਨਾ 2 ਮਿੰਟ ਦੀ ਬਾਣੀ ਜੇ ਇਹ 'ਚ ਵੀ ਕੰਨੀ ਕਤਰਾ ਕੇ ਅੱਗੇ ਲੰਘੇ ਤੇ ਗੁਰੂ ਦੇ ਦੇਣਦਾਰ ਹੀ ਹੋਏ। ਫਿਰ ਆਪਾਂ ਲੋਕਾਂ ਨੂੰ ਉੱਚੀ ਉੱਚੀ ਕਹਿਣਾ ਕਿ ਭਾਈ ਨਿਤਨੇਮ ਕਰੋ, ਨਿਤਨੇਮ ਕਰੋ। ਘੱਟੋ ਘੱਟ ਇੰਨਾ ਕੁ ਭੈ ਰੱਖੀਏ ਕਿ ਮਹਾਰਾਜ ਦੀ ਜੇ ਬਾਣੀ ਪੜ੍ਹਦੇ ਆ ਪਤਾ ਨਾ ਲੱਗੇ ਕਿ ਪਾਠ ਤੇ ਮੁੱਕ ਵੀ ਗਿਆ, ਤੇ ਪਿੱਛੇ ਚੱਲ ਜਾ ਕਰੋ, ਬੈਗ ਗਿਰ ਪਾ ਦਿਆ ਕਰੋ ਕਿ ਇੱਥੇ ਕਿ ਮੈਨੂੰ ਯਾਦ ਸੀ, ਇੱਥੋਂ ਸ਼ੁਰੂ ਕਰ ਲਾ ਮੈਂ। ਇੰਨਾ ਕੁ ਭੈ ਵੀ ਸਾਡਾ ਬੇੜਾ ਬੰਨਾ ਲਾ ਦੂ। ਸੋ ਖੈਰ ਸਤਿਗੁਰੂ ਜੀ ਕਿਰਪਾ ਪੇ ਕਰਦੇ ਨੇ। ਇੱਥੇ ਅਸੀਂ ਜੋ ਬਚਨ ਲਿਆ ਮਹਾਰਾਜ ਜੀ ਦਾ ਕਿ ਸੰਗਤ ਵਿੱਚ ਬਹਿ ਕੇ ਪਰਮੇਸ਼ਰ ਦਾ ਨਾਮ ਜਪਣਾ, ਉਹਦੇ ਸਾਨੂੰ ਇਹ ਫਲ ਮਿਲਦੇ ਆ। ਗੁਰੂ ਸਾਹਿਬ ਜੀ ਦੀ ਬਾਣੀ ਦੇ ਪ੍ਰਮਾਣ ਹੋਰ ਪੜੋ ਸੰਗਤ ਜੀ। ਤੇ ਮਹਾਰਾਜ ਸੱਚੇ ਪਿਤਾ ਕਹਿੰਦੇ ਕਿ ਜਦੋਂ ਆਪਾਂ ਇਸ ਸੰਗਤ ਵਿੱਚ ਆਏ, ਵਾਹਿਗੁਰੂ ਜੀ ਦਾ ਨਾਮ ਜਪਿਆ ਤੇ ਸੱਚ ਏਵੇਂ ਸੁਰਤ ਨਾਲ ਜਪਿਆ ਨਾਮ, ਸਾਡੇ ਜਨਮਾਂ ਜਨਮਾਂ ਦੇ ਮੰਦ ਕਰਮਾਂ ਦੇ ਲੇਖ ਪਾੜ ਦਿੰਦਾ। ਵੱਡ ਭਾਗੀ ਸਾਧ ਸੰਗ ਪ੍ਰਾਪਤ। ਵੇਖੋ ਜਦੋਂ ਵੱਡੇ ਭਾਗਾਂ ਨਾਲ ਸੰਗਤ ਮਿਲੀ, ਪਾਤਸ਼ਾਹ ਜੀ ਕਹਿੰਦੇ ਆ ਕਿ ਵੱਡ ਭਾਗੀ ਸਾਧ ਸੰਗ ਪ੍ਰਾਪਤ, 3 ਭੇਟਤ ਦੁਰਮਤ ਖੋਈ। ਕਹਿੰਦੇ ਬਸ ਗੁਰੂ ਨੂੰ ਮਿਲਿਆ ਹੀ ਦੁਰਮਤ ਦਾ ਨਾਸ਼ ਹੋ ਗਿਆ, ਗੁਰਮਤ ਦਾ ਪ੍ਰਕਾਸ਼ ਹੋ ਗਿਆ। ਜਾਂ ਅਸੀਂ ਇਹ ਬਚਨ ਪੜ੍ਹਦੇ ਆ ਕਿ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਵੱਡਾ ਇਕੱਠ ਕਦੇ ਸੰਗਤ ਨੂੰ ਰੂਪ ਨਹੀਂ ਹੁੰਦਾ। ਅੱਜ ਕੱਲ ਤੁਸੀਂ ਕਿਸੇ ਮੰਤਰੀ ਦੀ ਮੀਟਿੰਗ ਰੱਖ ਦੋ, ਸਕਦਾ ਸਾਰਾ ਪਿੰਡ ਪਹੁੰਚੇ, ਉਹ ਸੰਗਤ ਨਹੀਂ। ਦੁਨਿਆਵੀ ਕਾਨਫਰੰਸਾਂ ਹੋ ਸਕਦੀਆਂ ਨੇ, ਪਰ ਸੱਚ ਹੈ ਗੁਰੂ ਦੀ ਸੰਗਤ 'ਚ 2 ਜਾਣੇ ਵੀ ਜੁੜਨ, ਪਰ ਭਾਵਨਾ ਵਾਲੇ ਹੋਵਣ, ਉਹਨਾਂ ਵਿੱਚ ਵੀ ਜੇ ਗੁਰੂ ਦੀ ਕਲਾ ਵਰਤੇ ਤੇ ਸੰਗਤ ਜੀ ਜੀਵਨ ਪਲਟ ਜਾਂਦਾ ਹੈ। ਮਹਾਰਾਜ ਕਿਰਪਾ ਕਰਦੇ ਕਿ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਬਸ ਜਿੱਥੇ ਕੇਵਲ ਗੁਰੂ ਦੀ ਨਾਮ ਦੀ ਚਰਚਾ ਹੋਵੇ, ਉਹ ਸੰਗਤ ਹੈ। ਉਹ ਸੰਗਤ 'ਚ ਗਿਆ ਫਲ ਲੱਗਦੇ ਆ। ਸਤਿਗੁਰੂ ਜੀ ਕਹਿੰਦੇ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜਿਉ। ਗੁਰੂ ਰਾਹੀ ਇਹ ਨਾਮ ਦੀ ਸਮਝ ਆਈ ਆ। ਜਿਵੇਂ ਇਹ ਅਸੀਂ ਗੁਰੂ ਅਰਜਨ ਦੇਵ ਪਿਤਾ ਜੀ ਦਾ ਕਿ ਸਤਿਗੁਰੂ ਜੀ ਕਹਿੰਦੇ ਆਪਾਂ ਗੁਰੂ ਦੀ ਸ਼ਰਨ ਆਈਏ, ਸ਼ਰਨ ਆ ਕੇ ਨਾਮ ਜਪੀਏ ਤੇ ਫਿਰ ਇਹ ਬਖਸ਼ਿਸ਼ ਹੁੰਦੀ ਹੈ। ਸੋਧਤ ਸੋਧਤ ਸੁਣੀਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਗੁਰੂ ਜੀ ਕਹਿੰਦੇ ਇਸ ਨਿਰਣੇ ਤੇ ਪਹੁੰਚੇ ਆ ਕਿ ਅੱਜ ਤੱਕ ਸੰਗਤ ਤੋਂ ਬਿਨਾ ਕੋਈ ਵੀ ਤਰਿਆ ਨਹੀਂ। ਤਾਂ ਕਰਕੇ ਦੋਨੇ ਹੱਥ ਜੋੜ ਕੇ ਮੰਗੀਏ, ਸਾਧ ਸੰਗ ਪ੍ਰਭ ਦੇਹੋ ਨਿਵਾਸ। ਹੁਣੇ ਪੜਿਆ ਨਾ ਤੁਸੀਂ, ਇਹ 20ਵੀਂ ਅਸ਼ਟਪਦੀ ਜਦੋਂ ਪੂਰੀ ਹੁੰਦੀ ਨਾ, ਅਖੀਰਲੀਆਂ 2 ਤੁਕਾਂ, ਸਾਧ ਸੰਗ
ਪ੍ਰਭ ਦੇਹੋ ਨਿਵਾਸ। ਮਹਾਰਾਜ ਜੀ ਸਾਨੂੰ ਉਹ ਸੰਗਤ ਚ ਨਿਵਾਸ ਦਿਓ ਜਿੱਥੇ ਸੁਰਤ ਮਿਲਾਪ ਸ਼ਬਦ ਦਾ ਕਰੇ। ਸਾਧ ਸੰਗਤ ਮਿਲ ਦੇਹੋ ਨਿਵਾਸ। ਤੇ ਮਹਾਰਾਜ ਕਹਿੰਦੇ ਇਸ ਸੰਗਤ ਦੇ ਨਿਵਾਸ ਨਾਲ ਕੀ ਹੋਵੇਗਾ? ਸਰਬ ਸੁਖ ਨਾਨਕ ਪ੍ਰਗਾਸ। ਤੁਹਾਡੇ ਹਿਰਦੇ ਵਿੱਚ ਹਰ ਪ੍ਰਕਾਰ ਦਾ ਸੁੱਖ ਆ ਕੇ ਚੌਂਕੜਾ ਮਾਰ ਕੇ ਬਹਿ ਜਾਏਗਾ, ਜਿਸ ਸੁੱਖ ਲਈ ਦਿਨ ਰਾਤ ਭੁੱਲੇ ਫਿਰ ਭਟਕੇ ਫਿਰਦੇ ਆ। ਸੋ ਇਹ ਹੈ ਮਹਾਰਾਜ ਸੱਚੇ ਪਿਤਾ ਜੀ ਕਿ ਉਦਦ ਸੋਦ ਸੁਣੀਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਤੇ ਮਾਂ ਜਵਾਬ ਦੇ ਕਹਿੰਦੇ ਜਿਨ ਜਿਨ ਸਾਧ ਸੰਗ ਪਾਇਆ। ਜਿਨ੍ਹਾਂ ਨੇ ਫਿਰ ਇਹ ਸੰਗਤ ਕਰਨੀ ਸ਼ੁਰੂ ਕੀਤੀ ਸੋ ਪ੍ਰਭ ਆਪ ਤਰਾਇਆ। ਉਹਨਾਂ ਨੂੰ ਮਹਾਰਾਜ ਨੇ ਆਪ ਤਾਰ ਦਿੱਤਾ ਜੀ। ਇਹ ਅਰਥ ਆਪਾਂ ਕੀਤੇ ਕਿ ਗੁਰੂ ਦੀ ਸੰਗਤ ਵਿੱਚ ਨਾਮ ਜਪਣ ਨਾਲ ਕੀ ਵਡਿਆਈ ਹੁੰਦੀ। ਹੁਣ ਦੂਜੇ ਅਰਥ ਨੇ ਸਾਧ ਸੰਗ, ਕਿ ਸਾਧੂਆਂ ਦੀ ਸੰਗਤ, ਨਾਮ ਜਪਣ ਵਾਲਿਆਂ ਦੀ ਸੰਗਤ। ਇਹ ਵੀ ਅਰਥ ਵਿਦਵਾਨ ਕਰਦੇ ਨੇ ਫਰੀਦਕੋਟੀ ਟੀਕੇ ਅੰਦਰ ਇਹ ਅਰਥ ਨੇ। ਇਹਦੇ ਪ੍ਰਥਾਏ ਵੀ ਇੱਕ ਸ਼ਬਦ ਆਪਾਂ ਸਤਿਗੁਰੂ ਜੀ ਦਾ ਸੂਹੀ ਰਾਗ ਅੰਦਰ 6 ਤੁਕਾਂ ਨੇ ਸ਼ਬਦ ਦੀਆਂ, 8 ਤੇ ਮਹਾਰਾਜ ਨੇ ਬੜੀ ਕਿਰਪਾ ਵਰਤਾਈ 2 ਰਹਾਉ ਦੀਆਂ ਪਾ ਕੇ। ਸਤਿਗੁਰੂ ਕਹਿੰਦੇ ਜਾ ਕੇ ਦਰਸ ਪਾਪ ਕੋਟ ਉਤਾਰੇ। ਵੇਖੋ ਸਾਧ ਸੰਗ ਕਿ ਜਦੋਂ ਸਾਧੂ ਦੀ ਸੰਗਤ ਕੀਤੀ, ਨਾਮ ਜਪਣ ਵਾਲੇ ਕੋਲ ਜਾ ਕੇ ਬੈਠੇ, ਜਾ ਕੇ ਦਰਸ ਪਾਪ ਕੋਟ ਉਤਾਰੇ। ਕਹਿੰਦੇ ਬਸ ਉਹਦੀ ਸੰਗਤ ਵਿੱਚ ਗਿਆ, ਦੀਦਾਰੇ ਕੀਤਿਆਂ ਮਹਾਰਾਜ ਕਹਿੰਦੇ ਕਈ ਕਰੋੜਾਂ ਜਨਮਾਂ ਦੇ ਜ਼ਿੰਦਗੀ ਚੋਂ ਬੋਝ ਹਲਕੇ ਹੋ ਗਏ। ਜਾ ਕੇ ਦਰਸ ਪਾਪ ਕੋਟ ਉਤਾਰੇ, ਸਾਧ ਸੰਗ ਇਹ ਭਵ ਜਲ ਤਾਰੇ। ਮਹਾਰਾਜ ਕਹਿੰਦੇ ਦੁਨੀਆ ਦੇ ਭਵ ਸਾਗਰ ਤੋਂ ਵੀ ਤਰ ਗਏ ਆਪਾਂ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕੋ ਹਰ ਨਾਮ ਚਿਤਾਰੇ। ਤੇ ਅੱਜ ਮਹਾਰਾਜ ਕਹਿ ਰਹੇ ਸਾਧ ਸੰਗ ਹਰ ਹਰ ਨਾਮ ਚਿਤਾਰਾ, ਕਿ ਉਹਨਾਂ ਸਾਧੂਆਂ ਕੋਲ ਬਹਿ ਤੇ ਉਹਨਾਂ ਨੂੰ ਆਪਣੇ ਮਿੱਤਰ ਸੱਜਣ ਜਾਣ ਜਿਹੜੇ ਤੈਨੂੰ ਗੁਰੂ ਗੁਰੂ ਚੇਤੇ ਕਰਾ ਦੇਣ ਇਸ ਕਲਯੁਗ ਦੇ ਅੰਦਰ। ਸਤਿਗੁਰੂ ਕਹਿੰਦੇ ਜਾ ਕੇ ਸ਼ਬਦ ਸੁਣ ਸੁਖ ਸਾਰੇ, ਜਾ ਕੀ ਟਹਿਲ ਜਮ ਦੂਤ ਵਿਦਾਰੇ। ਵੇਖੋ ਗੁਰੂ ਦੀ ਬਾਣੀ ਕਿਵੇਂ ਗੱਲਾਂ ਕਰਦੀ ਕਿ ਜਿਸ ਗੁਰਮੁਖ ਦੀ ਸੰਗਤ ਚ ਗਿਆ ਉਹਦੇ ਸ਼ਬਦ ਨੂੰ ਸੁਣਿਆ, ਜਿਹੜਾ ਸ਼ਬਦ ਗੁਰੂ ਦੀ ਬਾਣੀ ਨਾਲ ਨਕਾ ਨਕ ਭਰਿਆ ਸੀ। ਕਹਿੰਦੇ ਸਾਡੇ ਕੰਨਾਂ ਨੇ ਜਦੋਂ ਦਰਵੇਸ਼ ਦੇ ਬੋਲ ਸੁਣੇ ਤੇ ਸੱਚ ਇਵੇਂ ਉਹਦੇ ਬੋਲਾਂ ਨੇ ਸਾਰੇ ਸੁੱਖ ਸਾਡੀ ਜ਼ਿੰਦਗੀ 'ਚ ਲਿਆ ਕੇ ਵਸਾਤੇ। ਇਹ ਫਲ ਹੈ ਉਹਨਾਂ ਦੀ ਸੰਗਤ ਦਾ ਕਿ ਜਾਗੈ ਸ਼ਬਦ ਸੁਣਤ ਸੁੱਖ ਸਾਰੇ ਸੁੱਖ ਆ ਗਏ। ਤੇ ਉਹਨਾਂ ਦੀ ਫਿਰ ਟਹਿਲ ਕੀਤਿਆਂ, ਸੇਵਾ ਕੀਤਿਆਂ ਮਹਾਰਾਜ ਕਹਿੰਦੇ ਜਾਗੀ ਟਹਿਲ ਜਮਦੂਤ ਵਿਦਾਰੇ। ਜਮ ਭੱਜ ਜਾਂਦੇ ਆ ਦੂਰ, ਡਰਦੇ ਮਾਰੇ ਲਾਗੇ ਨਹੀਂ ਆਉਂਦੇ। ਜਿਹੜੇ ਸਤਿਗੁਰੂ ਦੇ ਜੁੜੇ ਮਹਾਂਪੁਰਖ ਦੇ ਕੋਲ ਬਹਿਣਾ ਸ਼ੁਰੂ ਕਰ ਦਿੰਦੇ ਆ। ਅਖੀਰ ਤੇ ਗੁਰੂ ਸਾਹਿਬ ਜੀ ਨੇ ਰਹਿਮਤ ਵਰਤਾਈ ਜੀ। ਮਹਾਰਾਜ ਕਹਿੰਦੇ ਜਾਗੀ ਧੀਰਕ ਇਸ ਮਨੈ ਸਧਾਰੇ, ਜਾਗੈ ਸਿਮਰਨ ਮੁਖ ਉਜਲਾਰੇ। ਧੀਰਕ ਦੇ ਅਰਥ ਨੇ ਧੀਰਜ। ਜਦੋਂ ਇੱਕ ਜੁੜੀ ਆਤਮਾ, ਵੇਖੋ ਇਤਿਹਾਸ ਦੇ ਅੰਦਰ ਬਾਬਾ ਬੁੱਢਾ ਜੀ ਅਰਦਾਸ ਕਰਕੇ ਧੀਰਜ ਦਿੰਦੇ ਆ ਗੰਗਾ ਮਾਂ ਨੂੰ ਕਿ ਤੇਰੇ ਘਰੋਂ ਵਲੀ ਯੋਧਾ ਪੈਦਾ ਹੋਣਾ, ਜਿਹੜਾ ਸੱਚ ਇਵੇਂ ਜਿਵੇਂ ਅਸਮਾਨ 'ਚ ਬਿਜਲੀ ਗਰਜਦੀ ਆ ਇਦਾਂ ਉਹਦੀ ਸਿਰੀ ਸਭ ਗਰਜੂਗੀ। ਜਿਵੇਂ ਹੱਥ 'ਚੋਂ ਗੰਢਾ ਪਰੇ ਗਿਆ ਇਵੇਂ ਦੁਸ਼ਮਣਾਂ ਦੀਆਂ ਉਹ ਲਾ ਲਾ ਕੇ ਧੌਣਾ ਪਰੇ ਸੁੱਟੇਗਾ। ਇਹ ਸੀ ਕਿ ਜੋ ਮੁਖ ਤੋਂ ਨਿਕਲ ਜੇ ਉਹ ਜੁਗੋ ਜੁਗ ਅਟਲ ਹੈ। ਤੇ ਬਾਣੀ ਪੜਨ ਵਾਲਾ ਜਦੋਂ ਕੋਈ ਧੀਰਜ ਦੇ ਦੇ ਉਹਦੀ ਧੀਰਜ ਕਦੇ ਬਿਰਥੀ ਨਹੀਂ ਜਾਂਦੀ। ਇੱਕ ਸਾਧ ਵਚਨ ਅਟਲਾਦਾ ਹੈ। ਗੁਰੂ ਜੀ ਕਹਿੰਦੇ ਜਾਕੀ ਧੀਰਕ ਇਸ ਮਨੈ ਸਾਧਾਰੇ, ਮਨ ਨੂੰ ਟਿਕਾ ਦਿੰਦੀ ਆ। ਗੁਰੂ ਦੀ ਧੀਰਜ, ਗੁਰੂ ਨਾਲ ਜੁੜੇ ਮਹਾਂਪੁਰਖਾਂ ਦੀ ਧੀਰਜ ਆਸਰਾ ਦਿੰਦੀ ਆ। ਤਾਂ ਹੀ ਤਾਂ ਭੱਜਦੇ ਆ ਅੱਜ ਆਪਾਂ ਕਿ ਕਿਸੇ ਜੁੜੇ ਦੇ ਕੋਲ ਜਾ ਕੇ ਅਰਦਾਸ ਕਰਾਈਏ, ਉਹਦੇ ਬਚਨ ਹੋ ਜਾਣ ਤੇ ਸਾਡੇ ਬੱਚਿਆਂ ਦਾ ਵਿਹੜਾ ਬੰਨੇ ਲੱਗ ਜਾਏ। ਮਹਾਰਾਜ ਕਹਿੰਦੇ ਜਾ ਕੇ ਸਿਮਰਨ ਮੁਖ ਉਜਲਾਰੇ। ਤੇ ਉਹਨਾਂ ਦੇ ਕੋਲ ਗਿਆ ਜਦੋਂ ਸਿਮਰਨ ਕਰਦੇ ਆ ਤੇ ਮੁਖ ਉਜਲੇ ਹੁੰਦੇ ਆ, ਨਿਰੰਕਾਰ ਦੇ ਘਰ 'ਚ ਵੀ ਤੇ ਸੰਸਾਰੀ ਘਰ 'ਚ ਵੀ। ਅਖੀਰ ਤੇ ਫਿਰ ਗੁਰੂ ਅਰਜਨ ਦੇਵ ਪਿਤਾ ਕਹਿੰਦੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ। ਉਹਨਾਂ ਗੁਰਮੁਖਾਂ ਨੂੰ ਮਹਾਰਾਜ ਨੇ ਆਪ ਸਵਾਰਿਆ, ਆਪ ਇਹੋ ਜਿਹੇ ਜੀਵਨ ਵਾਲੇ ਬਣਾਇਆ। ਸ਼ਰਨ ਨਾਨਕ ਤਿਨ ਸਦ ਬਲਿਹਾਰੇ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਇਸ ਰੁਝੇਵਿਆਂ ਭਰੇ ਸੰਸਾਰ ਜ਼ਿੰਦਗੀ ਅੰਦਰ ਸਮੇਂ 'ਚੋਂ ਸਮਾਂ ਕੱਢ ਕੇ ਤੇ ਉਹਨਾਂ ਜੁੜਿਆਂ ਦੀ ਸੰਗਤ ਜ਼ਰੂਰ ਕਰੀਏ। ਸੰਗਤ ਜੀ ਅੱਜ ਮਹਾਰਾਜ ਨੇ ਕਿਰਪਾ ਵੀ ਕੀਤੀ ਕਿ ਸਾਧ ਸੰਗ ਹਰ ਹਰ ਨਾਮ ਚਿਤਾਰਾ। ਹੁਣ ਇਹ ਪੁੱਛਣਾ ਕਿ ਸੰਗਤ ਮਹਾਰਾਜ ਕਿਹਦੀ ਕਰੀਏ
ਤੇ ਕਿਹਦੀ ਨਾ ਕਰੀਏ ਤੇ ਕਿਵੇਂ ਕਰੀਏ। ਇਹ ਤਿੰਨ ਗੱਲਾਂ। ਪਹਿਲੀ ਮੱਝ ਕਹਿੰਦੇ ਕਬੀਰ ਸੰਗਤ ਕਰੀਏ ਸਾਧ ਕੀ, ਇਹਨਾਂ ਦੀ ਕਰ ਸੰਗਤ। ਜੋ ਇਹਨਾਂ ਦੀ ਸੰਗਤ ਕਰੇਗਾ ਅੰਤ ਕਰੈ ਨਿਰਵਾਹ। ਇਹ ਸੰਗਤ ਇੱਥੇ ਕਰ। ਇਹ ਸੰਗਤ ਤੂੰ 20 ਸਾਲ ਪਹਿਲਾਂ ਕੀਤੀ ਹੋਵੇਗੀ, ਤੂੰ 80-90 ਵਰਿਆਂ ਦੀ ਉਮਰ ਭੋਗ ਕੇ ਜਾਵੇਂ, ਇਹ ਕੀਤੀ ਸੰਗਤ ਸੱਚ ਵੇ ਤੇਰਾ ਅਖੀਰ ਤੇ ਬੇੜਾ ਬੰਨੇ ਲਾ ਦੂਗੀ। ਕਬੀਰ ਸੰਗਤ ਕਰੀਏ ਸਾਧ ਕੀ ਅੰਤ ਕਰੈ ਨਿਰਵਾਹ। ਪਰ ਮੱਝ ਕਹਿੰਦੇ ਦੀ ਨਾ ਕਰੀ ਸਾਕਤ ਸੰਗ ਨਾ ਕੀਜੀਐ। ਕਹਿੰਦੇ ਟੁੱਟਿਆਂ ਦੀ ਸੰਗਤ 'ਚ ਜਾ ਕੇ ਬੈਠੀ ਨਾ। ਓਏ ਕੰਡੇ ਨੇ ਬੇਰੀ ਦੇ, ਤੇਰੇ ਜੀਵਨ ਕੇਲੇ ਰੂਪੀ ਪੱਤਿਆਂ ਨੂੰ ਚੀਰ ਕੇ ਰੱਖ ਦੇਣਗੇ ਇਹਨਾਂ ਦੇ ਅੰਦਰ ਦੇ ਬੋਲ। ਗੁਰੂ ਸਾਹਿਬ ਕਹਿੰਦੇ ਨਾ ਤੂੰ ਬਚ ਕੇ ਰਿਹਾ ਕਰ। ਸਾਕਤ ਸੰਗ ਨਾ ਕੀਜੀਐ। ਜੇ ਤੈਨੂੰ ਕਿਤੇ ਨੇੜੇ ਆਉਂਦਾ ਦਿਸੇ ਤੇ ਕਬੀਰ ਸਾਹਿਬ ਨੇ ਇੱਥੋਂ ਤੱਕ ਕਿਹਾ ਕਿ ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਵਾਹ। ਸਾਕਤ ਸੰਗ ਨਾ ਕੀਜੀਐ ਜਾਤੇ ਹੋਏ ਬਿਨਾ। ਉਹ ਜੋ ਮਾੜਾ ਮੋਟਾ ਜਪ ਤਪ ਗੁਰੂ ਪ੍ਰਤੀ ਸ਼ਰਧਾ ਭਾਵਨਾ ਹੁੰਦੀ, ਮੈਂ ਬੜੇ ਇਹੋ ਜਿਹੇ ਜੀਵਨ 'ਚ ਲੋਕ ਵੇਖੇ ਆ, ਨੇਮ ਨਾਲ ਨਿਤਨੇਮ ਕਰਦੇ ਰਹੇ, ਅੰਮ੍ਰਿਤ ਵੇਲਾ ਸਾਂਭਦੇ ਰਹੇ, ਗੁਰੂ ਘਰ ਆਉਂਦੇ ਰਹੇ, ਬਾਣੀ ਪੜ੍ਹਦੇ ਰਹੇ, ਧਰਮ ਦੀਆਂ ਗੱਲਾਂ ਕਰਦੇ ਰਹੇ, ਸਾਖਤਾਂ ਦੀ ਟੋਲੀ 'ਚ ਬਹਿਣਾ ਸ਼ੁਰੂ ਕੀਤਾ ਸੀ ਤੇ ਸਭ ਨੇਮ ਪ੍ਰੇਮੀ ਉੱਡ ਗਿਆ। ਅਸਰ ਹੋ ਜਾਂਦਾ। ਇਹ ਕਿਉਂ ਹੁੰਦਾ ਸੰਗਤ ਜੀ? ਇੱਕ ਸਵਾਲ ਪੈਦਾ ਹੋਵੇਗਾ ਕਿਉਂ ਹੁੰਦਾ? ਕਿਉਂਕਿ ਮਨ ਸਾਡਾ ਉਨੀ ਛੇਤੀ ਚੰਗਿਆਈ ਨੂੰ ਨਹੀਂ ਖਿੱਚਦਾ ਜਿੰਨੀ ਛੇਤੀ ਬੁਰਿਆਈ ਨੂੰ ਖਿੱਚਦਾ। ਕਦੇ ਨੋਟ ਕਰਿਓ। ਇੱਕ ਉਦਾਹਰਨ ਹੈ, ਅਸੀਂ ਨਾ ਤਨ ਤੇ ਵਸਤਰ ਨਹੀਂ ਪਾਉਂਦੇ ਤੇ ਜਿੱਥੇ ਦਾਗ ਲੱਗਾ ਹੁੰਦਾ ਸਭ ਤੋਂ ਪਹਿਲਾਂ ਉੱਥੇ ਅੱਗ ਜਾਊਗੀ, ਨਹੀਂ ਬੜੇ ਮੈਲੇ ਕੱਪੜੇ ਪਾਏ। ਹੁਣ ਮਨ ਹੀ ਹੈ ਨਾ, ਮਨ ਕਹੂਗਾ ਚੰਗੇ ਤੈਨੂੰ ਦਿਖੇ ਹੀ ਨਹੀਂ। ਇਹ ਮਨ ਦੀ ਦਸ਼ਾ ਹੈ ਕਿ ਮਨ ਹਮੇਸ਼ਾ ਗੁਰੂ ਸਾਹਿਬ ਕਹਿੰਦੇ ਕੀੜੀ ਵਾਂਗ ਤਰੇੜ ਹੀ ਲੱਭਦਾ ਕਿ ਬਸ ਤਰੇੜੇ ਪਿਆ ਰਵਾਂ, ਉਹਨੂੰ ਪਤਾ ਹੀ ਲੱਗਦਾ ਭੋਲੀ ਨੂੰ ਵੱਡੀ ਕੋਠੀ ਆ ਉਧਰ ਕਿਉਂ ਨਹੀਂ ਮੈਂ ਜਾ ਕੇ ਤੁਰਦੀ। ਇਸੇ ਤਰ੍ਹਾਂ ਮਨ ਬੁਰਿਆਈ ਨੂੰ ਛੇਤੀ ਕੈਚ ਕਰਕੇ ਉਧਰ ਨੂੰ ਤੁਰਦਾ ਹੈ। ਤਾਂ ਹੀ ਤਾਂ ਕਹਿੰਦੇ ਨੇ ਜ਼ਿੰਦਗੀ ਦੇ ਅੰਦਰ ਉਨੀ ਚੰਗੀ ਚੀਜ਼ ਇੰਨੀ ਵਾਇਰਲ ਨਹੀਂ ਹੁੰਦੀ ਜਿੰਨੀ ਮਾੜੀ ਚੀਜ਼ ਵਾਇਰਲ ਹੋ ਜਾਂਦੀ ਆ। ਇਹ ਸਾਰਿਆਂ ਨੂੰ ਪਤਾ ਅੱਜ ਕੱਲ੍ਹ। ਜਿੰਨਾ ਪ੍ਰੋਪੋਗੰਡਾ ਵਾਇਰਲ ਹੁੰਦਾ ਹੈ, ਜਿੰਨੇ ਨਾਚ ਗਾਣੇ ਕਰਕੇ ਲੋਕ ਪੈਸਾ ਕਮਾ ਰਹੇ ਨੇ, ਸੱਚ ਬੋਲ ਕੇ ਉਹਨਾਂ ਪੈਸਾ ਨਹੀਂ ਤੁਸੀਂ ਕਮਾ ਸਕਦੇ ਅੱਜ ਦੀ ਦੁਨੀਆ 'ਚ। ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਮਹਾਰਾਜ ਸੱਚੇ ਪਿਤਾ ਕਹਿੰਦੇ ਤਾਂ ਕਰਕੇ ਸਾਕਤ ਦੀ ਸੰਗਤ ਨਹੀਂ ਕਰਨੀ ਕਿਉਂਕਿ ਤੈਨੂੰ ਰੋਜ਼ ਸੌਣ ਲੱਗਿਆ ਗੁਰੂ ਇਹ ਕੰਮ ਕਹਿੰਦਾ ਸਵੇਰੇ ਉੱਠ ਕੇ ਕੰਮ ਕਰੀ। ਮਹਾਰਾਜ ਕਿਹੜਾ? ਸਾਕਤ ਹਰ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ। ਇਹ ਰਾਤ ਨੂੰ ਮਹਾਰਾਜ ਕਹਿ ਰਹੇ ਆ। ਸਤਿਗੁਰੂ ਕਹਿੰਦੇ ਸਵੇਰ ਚੜ੍ਹਦਿਆਂ ਇਹ ਕੰਮ ਜ਼ਰੂਰ ਕਰੀ। ਜਿਉਂ ਚਲੈ ਚੁਬੈ ਦੁੱਖ ਪਾਵੈ, ਜਮਕਾਲ ਸਹਿ ਸਿਰ ਡੰਡਾਹੇ। ਉਹਨਾਂ ਅੰਦਰ ਇੱਕ ਹਉਮੈ ਦਾ ਕੰਡਾ ਹੁੰਦਾ, ਉਹ ਜਿਉਂ ਤੁਰਦੇ ਆ ਉਹ ਕੰਡਾ ਉਹਨਾਂ ਨੂੰ ਚੋਭ ਦਿੰਦਾ। ਜੇ ਉਹਨਾਂ ਦੀ ਸ਼ੋਭਤ 'ਚ ਤੂੰ ਬੈਠੇਗਾ ਤੇਰਾ ਜੀਵਨ ਵੀ ਇਹੋ ਜਿਹੇ ਅਮਲ ਵਾਲਾ ਹੋ ਜਾਏਗਾ। ਅਸੀਂ ਕਿਹਨਾਂ ਕੋਲ ਬਹਿਣਾ? ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਬੜ ਵੱਡਾ ਹੈ। ਅਸੀਂ ਉਹਦੇ ਕੋਲ ਬਹਿਣਾ ਜਿੱਥੋਂ ਨਿਮਰਤਾ ਮਿਲੇ, ਜਿੱਥੋਂ ਹਲੀਮੀ ਮਿਲੇ, ਸਿੱਦਕ ਦੀ ਦਾਤ ਮਿਲੇ। ਫਿਰ ਪਰਤੀਏ ਆਪਾਂ ਕਿ ਸਤਿਗੁਰੂ ਪਿਤਾ ਜੀ ਕਹਿੰਦੇ ਕਬੀਰ ਸਾਕਤ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਵਾਹ। ਸਾਕਤ ਸੰਗ ਨਾ ਕੀਜੀਐ ਜਾਤੇ ਹੋਏ ਬਿਨਾ। ਹੁਣ ਕਬੀਰ ਸਾਹਿਬ ਨੇ ਇਹ ਗੱਲ ਕਹੀ, ਕਬੀਰ ਚੰਦਨ ਕਾ ਬਿਰਬਾ ਭਲਾ, ਕਿ ਸੰਗਤ ਕਿਵੇਂ ਕਰਨੀ ਆ। ਬਿਰਬਾ ਕਹਿੰਦੇ ਨੇ ਚੰਦਨ ਦਾ ਬਿਲਕੁਲ ਰੁੱਖ ਹੁੰਦਾ ਨਾ, ਛੋਟਾ ਜਿਹਾ ਰੁੱਖ ਤਾਂ ਬਹੁਤ ਵੱਡੇ ਹੁੰਦੇ ਪਰ ਜਦੋਂ ਜੇ ਜ਼ਮੀਨ ਚੋਂ ਨਿਕਲਦਾ ਹੀ ਆ, ਕਹਿੰਦੇ ਉਹ ਨਿੱਕਾ ਜਿਹਾ ਚੰਦਨ ਦਾ ਰੁੱਖ ਵੀ ਭਲਾ ਸੰਗਤ। ਤੁਸੀਂ ਕਹੋਗੇ ਉਹ ਕਿਉਂ ਭਲਾ? ਕਿਉਂਕਿ ਉਹਦੇ ਨਾਲ ਜਿਹੜੇ ਛਿਛਰੇ ਢਾਕ ਪਲਾਸ ਨਿੱਕੇ ਮੋਟੇ ਕੋਈ ਪੱਤੇ ਲੱਗੇ ਹੋਣ ਨਾ, ਕਹਿੰਦੇ ਉਸ ਨਿੱਕੇ ਜੇ ਬੂਟੇ ਨਾਲ ਲੱਗੇ ਹੋਏ ਛਿਛਰੇ ਢਾਕ ਪਲਾਸ ਦੇ ਪੱਤਿਆਂ ਚੋਂ ਵੀ ਚੰਦਨ ਦੀ ਖੁਸ਼ਬੂ ਆਣੀ ਸ਼ੁਰੂ ਹੋ ਜਾਂਦੀ ਆ। ਪਰ ਮਾਫ ਕਰਿਓ ਕਬੀਰ ਸਾਹਿਬ ਕਹਿੰਦੇ ਨੇ ਬਾਂਸ ਵਰਗੇ ਵੱਡੇ ਤੇ ਅਹੰਕਾਰੀ ਤੇ ਕਠੋਰ ਨਾ ਬਣਿਓ। ਉਹ ਚੰਦਨ ਦਾ ਨਿੱਕਾ ਜਿਹਾ ਰੁੱਖ ਚੰਗਾ ਹੈ ਪਰ ਬਾਂਸ ਵਰਗੇ ਵੱਡੇ ਅਹੰਕਾਰੀ ਕਠੋਰ ਸਖਤ ਨਾ ਬਣਿਓ। ਕਿਉਂਕਿ ਬਾਂਸ ਚੰਦਨ ਦੇ ਸਾਰੀ ਉਮਰ ਨੇੜੇ ਰਹਿੰਦਾ ਹੈ ਪਰ ਨੇੜੇ ਰਹਿਣ ਕਰਕੇ ਵੀ ਕਹਿੰਦੇ ਉਹ ਚੰਦਨ ਦੀ ਸੁਗੰਧੀ ਨਹੀਂ ਲੈ ਪਾਉਂਦਾ। ਅਸੀਂ ਵੀ ਗੁਰੂ ਘਰ ਦੇ ਚੰਦਨ ਦੇ ਕੋਲ ਰਹਿੰਦੇ ਆ, ਨਿਤਨੇਮ ਦੇ ਚੰਦਨ ਦੇ ਕੋਲ ਰਹਿੰਦੇ ਆ, ਪੰਜ ਕਕਾਰਾਂ ਰੂਪੀ ਚੰਦਨ ਦੇ ਕੋਲ ਰਹਿੰਦੇ ਆ। ਜੇ ਬਾਂਸ ਬਣ ਕੇ ਰਹੇ ਤੇ ਸੁੱਕੇ ਰਹਿ ਜਾਣਗੇ। ਕਹਿੰਦੇ ਬਾਂਸ ਨੂੰ ਨਾ ਸੰਗਤ ਜੀ ਅੱਗ ਲਾਉਣ ਦੀ ਲੋੜ ਨਹੀਂ ਪੈਂਦੀ। ਕਿਉਂ ਨਹੀਂ ਪੈਂਦੀ? ਕਹਿੰਦੇ ਗਰਮੀਆਂ ਵਿੱਚ ਇਹਦੇ ਅੰਦਰ ਹੀ ਇੰਨੀ ਭੜਾਸ ਹੁੰਦੀ, ਆਪਸ 'ਚ ਖਹਿ ਕੇ ਇੱਕ ਦੂਜੇ ਸੜ ਪੈਂਦੇ ਆ, ਅੱਗ ਨਿਕਲ ਜਾਂਦੀ ਇਹਨਾਂ 'ਚੋਂ।
ਬਾਂਸ ਦੇ 5 ਔਗਣ ਨੇ। ਵੈਸੇ ਇਹਦੀ ਜਿਹੜਾ ਜੜ ਨਹੀਂ ਹੁੰਦਾ ਜਿਵੇਂ ਗੰਨੇ ਵਾਂਗ ਜੜ ਹੁੰਦੀ, ਇਹ ਵੀ ਇੱਕ ਇਹਦਾ ਔਗਣ ਮੰਨਿਆ। ਇੱਕ ਇਹਦੇ ਵਿੱਚੋਂ ਹਵਾ ਮਾਰੋ ਤੇ ਦੂਜੇ ਕੰਨੀ ਬਾਹਰ ਨਿਕਲ ਜਾਂਦੀ ਆ। ਇਹਦੇ ਚਲੋ ਔਗਣ ਨੇ, ਸਖਤ ਬੜਾ ਹੁੰਦਾ। ਕਬੀਰ ਨੇ ਅੱਜ ਇਹ ਗੱਲ ਕਹੀ, ਕਹਿੰਦੇ ਛਿਛਰੇ ਬਣੋ ਢਾਕ ਪਲਾਸ ਬਣੋ, ਉਹ ਵੀ ਚੰਗਾ। ਕਬੀਰ ਚੰਦਨ ਕਾ ਬਿਰਬਾ ਭਲਾ ਬੇੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ। ਗੁਰੂ ਘਰ ਦੇ ਵਿੱਚ ਮੈਲੇ ਕੱਪੜੇ ਸੀ, ਟੁੱਟਾ ਜੋੜਾ ਸੀ, ਸਿਰ ਤੇ ਦਸਤਾਰ ਢੱਠੀ ਜੀ। ਭਾਈ ਲੱਖੂ ਮਨ ਚ ਆਇਆ ਸਾਡੇ ਪਿੰਡ 'ਚ ਲੰਗਰ ਚੱਲਦਾ, ਮੈਂ ਪ੍ਰਸ਼ਾਦਾ ਛਕ ਆਵਾਂ। ਉਹਦੇ ਪਾਟੇ ਕੱਪੜੇ ਵੇਖੇ, ਉਹਦੇ ਟੁੱਟੇ ਜੋੜੇ ਵੇਖੇ, ਦਸਤਾਰ ਢੱਠੀ ਵੇਖੀ, ਸਰੀਰ ਕੋਈ ਇੰਨਾ ਸਾਫ਼ ਨਹੀਂ ਵੇਖਿਆ। ਕਹਿੰਦੇ ਜਿਸ ਘਰ ਲੰਗਰ ਸੀ ਉਹਨੂੰ ਧੱਕੇ ਮਾਰ ਕੇ ਬਾਹਰ ਕੱਢਤਾ, ਬਾਅਦ ਚ ਆਈ ਅੰਦਰ ਗੁਰੂ ਦੀ ਸੰਗਤ ਪ੍ਰਸ਼ਾਦਾ ਛਕਦੀ ਆ। ਵੇਖੋ ਮਹਾਰਾਜ ਕਹਿੰਦੇ ਬਾਂਸ ਨਹੀਂ ਬਣਨਾ। ਜਦੋਂ ਅੰਦਰ ਬੈਠੇ ਗੁਰੂ ਅਰਜਨ ਦੇਵ ਪਿਤਾ ਨੂੰ ਪਤਾ ਲੱਗਾ, ਮਹਾਰਾਜ ਕਹਿੰਦੇ ਤੇਰੇ ਲੰਗਰ ਬਿਰਥੇ, ਉਹ ਮੇਰੇ ਸਿੱਖ ਨੂੰ ਧੱਕੇ ਮਾਰੇ। ਉਹ ਮੇਰਾ ਸਿੱਖ ਜਿਹੜਾ 21 ਜਪਜੀ ਸਾਹਿਬ ਦੇ ਪਾਠ ਕੀਤੇ ਬਿਨਾਂ ਅੰਨ ਦਾ ਦਾਣਾ ਮੂੰਹ ਚ ਨਹੀਂ ਪਾਉਂਦਾ। ਤੂੰ ਉਹਦੇ ਤਨ ਦਾ ਲਿਬਾਸ ਵੇਖਿਆ, ਪਰ ਉਹਦੇ ਤਨ ਵਿੱਚ ਵਸਦਾ ਗੁਰੂ ਨਾਨਕ ਵੀ ਵੇਖ ਲੈਂਦਾ। ਤਰਲੇ ਮਾਰਦਾ ਸੀ ਸੰਗਤ ਜੀ। ਫਿਰ ਉਸੇ ਭਾਈ ਲੱਖੂ ਦੀ ਸਾਖੀ ਤੇ ਭਾਈ ਬੁੱਧੂ ਦੇ ਆਵੇ ਕੱਚੇ ਦੀ ਮੈਂ ਸਾਖੀ ਚ ਨਹੀਂ ਗਿਆ। ਕੇਵਲ ਇਹ ਕਿ ਚੰਦਨ ਕਾ ਬਿਰਬਾ ਭਲਾ ਭੇੜਿਓ ਟਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ। ਗੁਰੂ ਜੀ ਕਹਿੰਦੇ ਕਬੀਰ ਬਾਂਸ ਵਡਾਈ ਬੂਢਿਆ, ਇਉਂ ਮਤ ਡੁੱਬੋ ਕੋਏ। ਕਹਿੰਦੇ ਬਾਂਸ ਨੂੰ ਇਹੀ ਵਡਾਈ ਰਹਿ ਗਈ, ਮੈਂ ਵੱਡਾ ਬੜਾ। ਕਹਿੰਦੇ ਹੰਕਾਰਿਆ ਗਿਆ ਸੋ ਮਾਰਿਆ ਗਿਆ। ਬਾਂਸ ਵਡਾਈ ਬੂਢਿਆ, ਇਉਂ ਮਤ ਡੁੱਬੋ ਕੋਏ। ਚੰਦਨ ਕੈ ਨਿਕਟੈ ਵਸੈ ਵਾਂਸ, ਸੁਗੰਧ ਨਾ ਹੋਏ। ਕਲਗੀਧਰ ਪਿਤਾ ਜੀ ਨੂੰ ਸਿੱਖ ਆਏ ਜਿਹੜੇ ਰੋਜ਼ ਬਾਣੀ ਪੜ੍ਹਦੇ ਸੀ ਨਾ, ਮਹਾਰਾਜ ਜੀ ਅਸੀਂ ਵੀ ਤੁਹਾਡਾ ਪਾਠ ਕਰਦੇ ਹਾਂ, ਨਾਮ ਜਪਦੇ ਹਾਂ, ਸੰਗਤ ਵੀ ਕਰਦੇ ਹਾਂ, ਦਿਨ ਰਾਤ ਭਾਂਡਿਆਂ 'ਚ ਹੀ ਰਹਿੰਦੇ ਹਾਂ, ਪਰ ਜਿਹੜੀ ਲਾਲੀ ਸੁਥਰੇ ਸ਼ਾਹ ਦੇ ਚਿਹਰੇ ਤੇ ਦਿਸਦੀ ਸਾਡੇ ਨਹੀਂ ਦਿਸਦੀ। ਇਹ ਹੈ ਬਾਂਸ ਨਹੀਂ ਬਣਨਾ, ਬਾਣੀ ਪੜ੍ਹਨੀ। ਮਹਾਰਾਜ ਕਹਿੰਦੇ ਤੁਸੀਂ ਕਰੂਰੀਆਂ ਕਰਦੇ ਹੋ, ਕੁੱਟਾਂ ਪੀਂਦਾ ਸੁਥਰਾ ਸ਼ਾਹ। ਬਸ ਇਹ ਇੰਨੀ ਕੁ ਕਹਾਣੀ ਜਦੋਂ ਕੌਮ ਨੂੰ ਸਮਝ ਆ ਗਈ ਨਾ ਕਿ ਜਿੱਦਣ ਬਾਬੇ ਦੀ ਪੜ੍ਹੀ ਬਾਣੀ ਅੰਦਰ ਜਾਣ ਲੱਗ ਪਈ, ਉਦਣ ਅੰਦਰ ਵਕਾਰਾਂ ਦੀ ਬੋਣੀ ਨਾਮ ਦੀ ਖੁਸ਼ਬੂ ਆਊਗੀ। ਉਦਣ ਅੰਦਰ ਚੰਦਨ ਦੀਆਂ ਖੁਸ਼ਬੂਆਂ ਆਣਗੀਆਂ। ਕਿਉਂਕਿ ਤੁਮ ਚੰਦਨ ਹਮ ਇਰੰਡ ਬਾਪਰੇ ਸੰਗ ਤੁਮਾਰੇ ਬਾਸਾ, ਸੰਗ ਤੁਮਾਰੇ ਬਾਸਾ ਦਾ ਭਾਵੇ ਸਾਧ ਸੰਗ ਹਰ ਹਰ ਨਾਮ ਜਿਤਾਰਾ। ਮਹਾਰਾਜ ਕਹਿੰਦੇ ਨੀਚ ਰੂਖ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ। ਬਾਬਾ ਰਵਿਦਾਸ ਕਹਿੰਦੇ ਪਹਿਲਾਂ ਨੀਚ ਸਾਂ, ਪਹਿਲਾਂ ਅੱਤ ਦੇ ਸਿੱਧਾ ਸ਼ਬਦਾਂ ਨੇ ਵਰਤਿਆ, ਗੰਧ ਸੁਗੰਧ ਗੰਦੇ ਸਾਂ, ਪਰ ਜਿੱਦਣ ਤੇਰੇ ਕੋਲ ਆਏ ਤੂੰ ਸਾਨੂੰ ਸੁਗੰਧੀ ਵਾਲਾ ਤੇ ਸੋਹਣੇ ਜੀਵਨ ਵਾਲਾ ਬਣਾ ਦਿੱਤਾ। ਇਹ ਸ਼ਲੋਕ ਪੜੋ। ਇਸ ਸ਼ਲੋਕ 'ਚ ਵਡਿਆਈ ਮਹਾਰਾਜ ਦੇ ਕੋਲ ਬੈਠਣ ਵਾਲਿਆਂ ਦੀ ਹੈ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜਿਸ ਸਾਰੇ ਬੈਠੋ ਜਿਸ ਪਾਸ। ਹੁਣ ਮਹਾਰਾਜ ਕਹਿੰਦੇ ਉਹਦੇ ਕੋਲ ਬਹਿ ਜਾ ਕੇ, ਜਦੋਂ ਬੈਠੇਗਾ ਜਿਸ ਪਾਸ ਬੈਠਿਆ ਸੋਹੀਏ ਦੇ ਅਰਥ ਹੁੰਦੇ ਆ ਤੂੰ ਸੋਹਣਾ ਲੱਗਣ ਲੱਗ ਪਵੇਗਾ। ਆਤਮਾ ਕਰਕੇ, ਸਰੀਰ ਕਰਕੇ ਨਹੀਂ, ਮਨ ਕਰਕੇ, ਗੁਣਾ ਕਰਕੇ। ਸੱਚ ਐਵੇਂ ਤੇਰੀ ਦਸਤਾਰ ਗੁਫਤਾਰ ਰਫਤਾਰ ਤੇਰੇ ਸਭ ਕੋਲਾਂ 'ਚ ਫਰਕ ਆਊਗਾ, ਕਿਉਂਕਿ ਜਿਸ ਪਾਸ ਬੈਠਿਆ ਸੋਹੀ ਹੈ ਸਭ ਸੇ। ਪਾਤਸ਼ਾਹ ਜੀ ਕਹਿੰਦੇ ਸਭਨਾ ਕਾ ਵਿਸਾਹੋ। ਇਹ ਹੈ ਗੁਰੂ ਘਰ ਦੀ ਵਡਿਆਈ, ਸੰਗਤ ਦੀ ਵਡਿਆਈ ਜੋ ਅੱਜ ਵਿਚਾਰ ਰਹੇ ਹਾਂ। ਇੱਕ ਕਹਿ ਕੇ ਸਾਖੀ ਸਮਾਪਤੀ ਹੈ ਜੀ। ਗੁਰੂ ਨਾਨਕ ਜੀ ਕਰਤਾਰਪੁਰ ਵਿਰਾਜੇ ਨੇ, ਬੜਾ ਇਕੱਠ ਹੁੰਦਾ ਰਿਹਾ ਉੱਥੇ। ਤੇ ਸੱਚੇ ਪਿਤਾ ਜੀ ਕੋਲ ਨਾ ਇੱਕ ਵਾਰੀ ਇੱਕ ਬੜਾ ਬ੍ਰਹਮ ਜੋਗੀ ਆਇਆ ਜੀ। ਗੁਰੂ ਸਾਹਿਬ ਦੀ ਸੰਗਤ ਵੇਖੀ, ਕਿਉਂਕਿ ਮਹਾਰਾਜ ਦਾ ਨਾ ਇਹ ਹੁੰਦਾ ਸੀ ਕਿ ਸਵੇਰੇ ਸੰਗਤ ਕਰਨੀ, ਲੰਗਰ ਪਾਣੀ ਛਕਣਾ ਤੇ ਸਾਰਿਆਂ ਨੂੰ ਨਾਲ ਲੈ ਕੇ ਮਹਾਰਾਜ ਨੇ ਕਹਿਣਾ ਆਜੋ ਕਣਕ ਵੱਢੀਏ। ਵਿਹਲਾ ਨਹੀਂ ਸੀ ਕੋਈ ਰਹਿੰਦਾ, ਕੰਮ ਵੀ ਮਹਾਰਾਜ ਪੂਰਾ ਲੈਂਦੇ ਸੀ। ਹੁਣ ਉਹਨਾਂ ਵਿੱਚ ਜਿਹੜੇ ਵਿਹਲੇ ਜੋਗੀ ਉਹਨਾਂ ਨੇ ਵੇਖਿਆ ਮਣਾ ਇੱਥੇ ਤੇ ਕੰਮ ਕਰਨੇ ਪੈਂਦਾ, ਅੱਧੇ ਉੱਦਾਂ ਹੀ ਭੱਜ ਭੁੱਜ ਜਾਂਦੇ ਰਹੇ। ਗੁਰੂ ਸਾਹਿਬ ਨੇ ਜਦੋਂ ਬਹੁਤੀ ਭੀੜ ਹੁੰਦੀ ਵੇਖੀ ਤੇ 2 ਵੇਲੇ ਦਾ 1 ਵੇਲਾ ਲੰਗਰ ਕਰਤਾ ਕਿ ਕੇਵਲ ਲੰਗਰ ਵਾਲੇ ਤੇ ਭੱਜ ਹੀ ਜਾਣਗੇ। ਤੇ ਇਦਾਂ ਹੋਇਆ ਵੀ ਸੀ। ਕਹਿੰਦੇ ਉਸ ਭੀੜ ਦੇ ਵਿੱਚ ਇੱਕ ਬ੍ਰਹਮ ਜੋਗੀ ਆਇਆ। ਉਹਨੇ ਨਾ ਜਦੋਂ ਆ ਕੇ ਸਤਿਗੁਰੂ ਦੀ ਸੰਗਤ ਵੇਖੀ, ਕਿਉਂਕਿ ਗੁਰੂ ਦੀ ਸੰਗਤ ਦਿਖਾਵਾ ਨਹੀਂ ਕਰਦੀ ਕਿ ਮਾਲਾ ਲੈ ਕੇ ਉਹ ਨੁਕਰੇ ਬਹਿ ਗਏ, ਮਾਲਾ ਲੈ ਕੇ ਉਹ ਗੁਰੂ ਦੀ ਸਿੱਖ ਤੇ ਹੱਥ 'ਚ ਕਈ ਫੜ ਕੇ ਤੇ ਸਿਰ ਤੇ ਟੋਕਰਾ ਚੁੱਕ ਕੇ ਵੀ ਜਪਜੀ ਸਾਹਿਬ ਪੜ੍ਹਦੀ ਆ। ਇਹ ਹੈ ਕੌਮ ਜਿਹੜੀ ਗੁਰੂ ਨੇ ਪੈਦਾ ਕੀਤੀ। ਉਹ ਤੇ ਆਪਣੇ ਦਫ਼ਤਰਾਂ ਦੀਆਂ ਕੁਰਸੀਆਂ ਤੇ ਬਹਿ ਕੇ ਵੀ ਗੁਰੂ ਗੁਰੂ ਕਰ ਰਹੀ ਹੁੰਦੀ ਆ। ਇਹ ਕੌਮ ਮਹਾਰਾਜ ਨੇ ਪੈਦਾ ਕੀਤੀ, ਨਾ ਕਿ ਜੰਗਲਾਂ ਦੇ ਰੁੱਖਾਂ ਦੇ ਪੱਤੇ ਖਾ ਕੇ ਤੇ ਬਾਹਰ ਨਿਕਲ ਜਾਣਾ।
ਕਹਿੰਦੇ ਜਦੋਂ ਉਹਨੇ ਸਿੱਖਾਂ ਦੀ ਰਹਿਣੀ ਬਹਿਣੀ ਵੇਖੀ ਤੇ ਉਹਨੇ ਪਤਾ ਕੀ ਕਿਹਾ ਮਹਾਰਾਜ ਨੂੰ ਆ ਕੇ, ਕਹਿੰਦਾ ਮਹਾਰਾਜ ਜੀ ਸਾਰੇ ਪਸ਼ੂ ਹੀ ਰੱਖੇ ਆ। ਇਹ ਗੱਲ ਕਹੀ ਸੀ ਤੇ ਉਹ ਸੰਗਤ ਨੂੰ ਜਿਹਦੇ ਵਿੱਚ ਬਾਬਾ ਬੁੱਢਾ ਜੀ ਵਰਗੇ ਬ੍ਰਹਮ ਗਿਆਨੀ ਸੀ। ਗੁਰੂ ਸਾਹਿਬ ਨੇ ਕੋਈ ਜਵਾਬ ਨਹੀਂ ਦਿੱਤਾ। ਮਹਾਰਾਜ ਕਹਿੰਦੇ ਜੋਗੀ ਜੀ ਤੁਸੀਂ ਏਦਾਂ ਕਰੋ, ਕੁਝ ਸਮਾਂ ਨਾ ਰੁਕੋ, ਇੱਥੇ ਰੁਕ ਕੇ ਰਹਿਣ ਦੇਖੋ ਰਹਿਣ ਸਹਿਣ ਸਾਡੇ ਸਿੱਖਾਂ ਦਾ। ਕਹਿੰਦੇ ਕੁਝ ਦਿਨ ਰੁਕਿਆ, 4-5 ਦਿਨ ਤੋਂ ਬਾਅਦ ਫਿਰ ਮਹਾਰਾਜ ਨੂੰ ਕਹਿੰਦਾ ਮੈਨੂੰ ਵਿਦਾ ਕਰੋ, ਆਗਿਆ ਦਿਓ, ਮੈਨੂੰ ਹੁਣ ਸਮਝ ਆਈ ਆ ਇਹ ਪਸ਼ੂ ਨਹੀਂ, ਇਹ ਤੇ ਸਾਰੇ ਇਨਸਾਨ ਹੀ ਵਸਦੇ ਆ। ਮਹਾਰਾਜ ਸੱਚੇ ਪਿਤਾ ਜੀ ਕਹਿੰਦੇ ਨਹੀਂ ਜੋਗੀ ਜੀ ਅਜੇ ਹੋਰ ਰੁਕੋ ਕੁਝ ਸਮਾਂ। ਕਹਿੰਦੇ ਜੋਗੀ ਜੀ ਗੁਰੂ ਸਾਹਿਬ ਦੀ ਗੱਲ ਸੁਣਦੇ ਆ, ਹੋਰ ਕੁਝ ਸਮਾਂ ਰੁਕਦੇ ਆ। ਫਿਰ ਇੱਕ ਦਿਨ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ, ਜਦੋਂ ਚਾਲੇ ਪਾਣ ਲੱਗਾ ਸਿੱਖਾਂ ਦੀ ਰਹਿਣੀ ਬਹਿਣੀ ਵੇਖੀ ਤੇ ਆ ਕੇ ਕਹਿੰਦਾ ਮਹਾਰਾਜ ਜੀ ਪਸ਼ੂ ਨਹੀਂ, ਇਨਸਾਨ ਨਹੀਂ, ਇੱਥੇ ਤੇ ਸਾਰੇ ਬ੍ਰਹਮ ਸਰੂਪ ਦੇਵਤੇ ਵਸਦੇ ਆ। ਹੁਣ ਗੁਰੂ ਜੀ ਨੇ ਇੱਕ ਗੱਲ ਕਹੀ, ਸੰਗਤ ਜੀ ਧਿਆਨ ਨਾਲ ਸੁਣਿਓ। ਗੁਰੂ ਸਾਹਿਬ ਕਹਿੰਦੇ ਪਹਿਲੇ ਦਿਨ ਵੀ ਦੇਵਤੇ ਹੀ ਸੀ, ਜਿੱਦਣ ਤੂੰ ਦੂਜੀ ਵਾਰੀ ਆਇਆ ਹੈ ਉਦਣ ਵੀ ਦੇਵਤੇ ਸੀ, ਅੱਜ ਵੀ ਨੇ ਤੇ ਸਦਾ ਹੀ ਰਹਿਣਗੇ। ਫਰਕ ਇੰਨਾ ਸੀ ਜਿੱਦਣ ਤੂੰ ਪਹਿਲੀ ਵਾਰੀ ਆਇਆ ਤੇਰੇ ਅੰਦਰ ਪਸ਼ੂ ਵਿਰਤੀ ਸੀ, ਤੈਨੂੰ ਇਹਨਾਂ ਨੇ ਪਸ਼ੂ ਤੋਂ ਇਨਸਾਨ ਬਣਾਇਆ ਤੇ ਇਨਸਾਨ ਤੋਂ ਇਹਨਾਂ ਦੀ ਸੰਗਤ ਨੇ ਤੈਨੂੰ ਉੱਪਰ ਦਾ ਦੇਵਤਾ ਬਣਾਤਾ। ਇਹ ਗੁਰੂ ਦੀ ਸੰਗਤ ਨਹੀਂ, ਅਕਾਲ ਪੁਰਖ ਦੀ ਸੰਗਤ ਹੈ। ਤੇ ਸੰਗਤ ਨੂੰ ਗੁਰੂ ਸੱਚਖੰਡ ਕਹਿੰਦਾ, ਜਿਹੜਾ ਇਸ ਸੰਗਤ ਵਿੱਚ ਆ ਕੇ ਬਹਿ ਜਾਂਦਾ ਉਹਨਾਂ ਦੀ ਜੀਵਨ ਸੱਚ 'ਚ ਭਰਪੂਰ ਹੋ ਜਾਂਦੀ ਆ। ਸਤਿਗੁਰੂ ਜੀ ਦੇ ਪ੍ਰਥਾਏ ਤਾਂ ਕਿਹਾ ਸੀ ਕਿ ਧਰਮਸ਼ਾਲ ਕਰਤਾਰਪੁਰ ਸਾਧ ਸੰਗ ਸੱਚਖੰਡ ਵਸਾਇਆ। ਇਹ ਭਾਈ ਗੁਰਦਾਸ ਦੀ ਗਵਾਹੀ ਹੈ ਜੀ ਕਿ ਕਰਤਾਰਪੁਰ ਦੀ ਸੰਗਤ ਕਿਸੇ ਸੱਚਖੰਡ ਨਾਲੋਂ ਘੱਟ ਨਹੀਂ ਸੀ ਹੁੰਦੀ। ਸੋ ਅੱਜ ਵੀ ਆਪਾਂ ਜਦੋਂ ਗੁਰੂ ਕੋਲ ਆ ਕੇ ਬੈਠਾਂਗੇ ਤੇ ਬਲਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਬਹੁਤਾ ਸਮਾਂ ਨਹੀਂ ਲੱਗੇਗਾ, ਮਹਾਰਾਜ ਜ਼ਿੰਦਗੀ ਪਲਟ ਦਿੰਦਾ ਹੈ। ਪਰ ਜੇ ਅਸੀਂ ਮੰਗਣ ਇਹ ਆਈਏ, ਮੰਗਣਾ ਮੰਗ ਨੀਕਾ ਹਰ ਜਸ ਗੁਰ ਤੇ ਮੰਗਣਾ। ਸੋ ਕਿਰਪਾ ਗੁਰੂ ਸਾਹਿਬ ਨੇ ਕੀਤੀ ਜੀ, ਗੁਰ ਪੂਰਾ ਭੇਟਿਓ ਵਡ ਭਾਗੀ ਜਾਕੋ ਅੰਤ ਨਾ ਪਾਰਾ ਵਾਰਾ। ਗੁਰੂ ਸਾਹਿਬ ਕਹਿੰਦੇ ਬੜੀ ਮਿਹਰਮਤ ਹੋਵੇ ਤੇ ਵੱਡੇ ਭਾਗ ਨਾਲ ਗੁਰੂ ਮਿਲਦਾ ਜਿਹਦਾ ਕੋਈ ਅੰਤ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਕਰ ਗਹਿ ਕਾਢ ਲਿਓ, ਕਰ ਕਹਿੰਦੇ ਹੱਥ ਨੂੰ, ਗਹਿ ਦਾ ਭਾਵ ਫੜ ਕੇ ਕਾਢ ਲਿਓ। ਆਪਣੇ ਸਿੱਖ ਦੇ ਜੀਵਨ ਰੂਪੀ ਹੱਥ ਨੂੰ ਫੜ ਕੇ ਗੁਰੂ ਜੀ ਕੱਢ ਲੈਂਦੇ। ਬਿਖ ਆਪਣਾ ਮੱਝ ਕਹਿੰਦੇ ਬਿਖ ਸਾਗਰ ਸੰਸਾਰਾ, ਇਹ ਦੁਨਿਆਵੀ ਬਿਖ ਰੂਪੀ ਸਾਗਰ ਚੋਂ ਜਨਮ ਮਰਨ ਕਾਟੇ ਗੁਰ ਬਚਨੀ। ਤੇ ਜਿਹੜੇ ਗੁਰੂ ਦੇ ਬਚਨਾਂ ਨੂੰ ਮੰਨਦੇ ਆ, ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਜਨਮ ਮਰਨ ਕੱਟੇ ਜਾਂਦੇ ਆ। ਬਹੁੜਨਾ ਸੰਕਟ ਦੁਆਰਾ ਉਹ ਫਿਰ ਵਾਰ-ਵਾਰ ਜਨਮ ਮਰਨ ਦੇ ਗੇੜ 'ਚ ਨਹੀਂ ਆਉਂਦੇ। ਨਾਨਕ ਸ਼ਰਨ ਗਹੀ ਸੁਆਮੀ ਕੀ, ਜਿਹੜੇ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨੀ ਆਉਂਦੇ ਆ, ਪੁਨਹ ਪੁਨਹ ਨਮਸਕਾਰਾ। ਗੁਰੂ ਸਾਹਿਬ ਕਹਿੰਦੇ ਅਸੀਂ ਤੇ ਖਿਨ ਖਿਨ ਮੁੜ ਮੁੜ ਕੇ, ਪੁੰਨ ਪੁੰਨ ਦਾ ਭਾਵੇਂ ਮੁੜ ਮੁੜ ਕੇ ਅਸੀਂ ਨਮਸਕਾਰਾ ਆਪਣੇ ਗੁਰੂ ਨੂੰ ਕਰਦੇ ਹਾਂ। ਜਾਪ ਸਾਹਿਬ ਦੀ ਬਾਣੀ ਅੰਦਰ ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ਾਰਾਂ ਵਾਰ ਪ੍ਰਮਾਤਮਾ ਨੂੰ ਨਮਸਕਾਰ ਕੀਤਾ। ਸੋ ਸਤਿਗੁਰੂ ਜੀ ਵੀ ਅੱਜ ਕਹਿ ਰਹੇ ਨੇ ਨਮਸਕਾਰ ਤਾਕੋ ਲੱਖ ਵਾਰ। ਉਸ ਗੁਰੂ ਜੀ ਨੂੰ ਸਾਡੀ ਨਮਸਕਾਰ, ਜਿਸ ਗੁਰੂ ਜੀ ਨੇ ਸਾਨੂੰ ਸੱਚ ਨਾਲ, ਪ੍ਰੇਮ ਨਾਲ ਤੇ ਉਸ ਪ੍ਰਮਾਤਮਾ ਦੇ ਨਾਮ ਨਾਲ ਜੋੜਨਾ ਕੀਤਾ, ਜਿਸ ਨਾਮ ਨਾਲ ਪ੍ਰੇਮ ਨਾਲ ਜੁੜ ਕੇ ਜੀਵਨ ਸੁਰਖਰੂ ਹੋ ਜਾਂਦਾ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਤਨਾਮ। ਕਰੋ ਕਿਰਪਾ।